सतनाम श्री वाहिगुरु साहिब जियो। नाम जपत कोट सूर उजारा, बिन से परम अंधेरा। थान थनंतर सबने जाई, जो दिसे सो तेरा। संत संग पावे जो नानक, तिस बोर न हुई है फेरा। संत संग पावे जो नानक, तिस बोर न होई है फेरा। परम सत्कारयोग गुरु सरूप वडभागी साध संगत जियो, आओ दासां दी हाजरी प्रवान करो। फतेह अर्ज है। वाहिगुरु जी का खालसा, वाहिगुरु जी की फतेह। चल रही निरंकार सच्चे पातशाह दी सेवा, आप जी दी निरंकार दी कृपा दे नाल परम पिता अकाल पुरख जी जो हुक्म करते ने उही अर्थ करके आप जी दे नाल प्यार दी सांझ पाई दी है ते मन दे विच आस रखदे हुंदे हां। इन्हां दे राहीं तुहाडा निरंकार वाहिगुरु प्रीतम दे नाल अटुट प्रेम पै जावे। और सतगुरु जी धन 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 गुरु नानक महाराज सच्चे पातशाह जी दियां गौड़ी राग दे विच अष्टपदियां चल रहीआं हन। आओ निरंकार जी हुण जिहड़ी गाहां अष्टपदी दे विच आपां नूं ज्ञान दे रहे ने, ਉਹ इस संसार ਦੇ ਉੱਤੇ ਜਿਹੜੇ ਸਤਿਗੁਰੂ ਨੂੰ ਪ੍ਰਵਾਨ ਹੋ ਗਏ ਨੇ, ਜਿਨ੍ਹਾਂ ਨੂੰ ਗੁਰਮੁਖ ਦਾ ਨਾਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਜਾਂ ਜਿਨ੍ਹਾਂ ਨੇ ਗੁਰਮੁਖ ਦੀ ਪਦਵੀ ਨੂੰ ਪ੍ਰਾਪਤ ਕਰ ਲਿਆ, ਉਹਨਾਂ ਬਾਰੇ ਨਿਰੰਕਾਰ ਸੱਚੇ ਪਾਤਸ਼ਾਹ ਜੀ किस रूप दे विच सानू ज्ञान दिंदे हन। सरवण करो जी। गौड़ी महला पहला, बोले साच मिथ्या नहीं राई, चाले गुरमुख हुक्म रजाई। कहंदे जिहड़े सतगुर सच्चे पातशाह दे प्यारे ने, जिन्हां नूं सतगुर सच्चे पातशाह निरंकार वाहिगुरु दे नाल अटुट प्रेम पै गया, ਉਹ सदा सच बोलते ने। सच राई दे दाने जिन्ना भी, ਉਹ कदी मिथ्या मिथ्या कहते ने झूठ नूं, ਉਹ कदी भी झूठ नहीं बोलते। ਚੱਲੇ गुरमुख हुक्म रजाई, ਚਾਲੇ गुरमुख हुक्म रजाई। ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ, ਨਿਰੰਕਾਰ ਸੱਚੇ ਪਾਤਸ਼ਾਹ ਦੇ ਭਾਣੇ ਦੇ ਵਿੱਚ ਤੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਰਜ਼ਾ ਦੇ ਵਿੱਚ ਚੱਲਦੇ ਹਨ। ਰਹੇ ਅਤੀਤ ਸੱਚੇ ਸਰਣਾਈ, ਸੱਚੇ ਪ੍ਰਭੂ ਦੀ ਸ਼ਰਨ ਦੇ ਵਿੱਚ ਹਰ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੰਗ ਸੰਗ ਤੋਂ ਰਹਿਤ, ਕਿਸੇ ਤਰ੍ਹਾਂ ਦੀ ਉਹਨਾਂ ਦੇ ਮਨ ਦੇ ਵਿੱਚ ਭੈ ਭਰਮ ਨਹੀਂ ਹੁੰਦਾ। ਇਸ ਤਰ੍ਹਾਂ ਉਹ ਗੁਰਮੁਖ ਪਿਆਰੇ ਨਿਰੰਕਾਰ ਦੀ ਸ਼ਰਨ ਦੇ ਵਿੱਚ ਰਹਿੰਦੇ ਹਨ। ਸੱਚ ਕਰ ਬੈਸੈ ਕਾਲ ਨ ਜੋ ਹੈ, ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ। ਉਹ ਜਿਹੜੇ ਪਿਆਰੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਨੇ, ਜਿਸ ਲਈ ਉਹ ਸੱਚ ਘਰ ਥਿਰ ਘਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਸਥਾਨ ਦੇ ਵਿੱਚ ਪਹੁੰਚ ਜਾਂਦੇ ਨੇ, ਜਾਂ ਉੱਥੇ ਜਾ ਕੇ ਉਹਨਾਂ ਨੂੰ ਗੁਰਮੁਖਾਂ ਨੂੰ ਟਿਕਾਣਾ ਮਿਲ ਜਾਂਦਾ। ਉੱਥੇ ਫਿਰ ਉਹਨਾਂ ਨੂੰ ਜਿਹੜਾ ਕਾਲ ਹੈ, ਜਮਰਾਜ ਹੈ, ਉਹ ਸਤਾ ਨਹੀਂ ਸਕਦਾ, ਨਾ ਹੀ ਉਹਦੇ ਲਾਗੇ ਜਾਂਦੇ ਹਨ। ਇਹ ਜਿਹੜੇ ਜਮਰਾਜ ਹੁੰਦੇ ਨੇ, ਗੁਰਮੁਖ ਦੇ ਲਾਗੇ ਵੀ ਨਹੀਂ ਜਾ ਸਕਦੇ। ਮਨਮੁਖ ਕੋ ਆਵਤ ਜਾਵਤ ਦੁੱਖ ਮੋਹ, ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਤੋਂ ਦੂਰ ਹੋ ਚੁੱਕੇ ਨੇ, ਇਦੂ ਮਾਰਗ ਦੇ ਉੱਤੇ ਚੱਲਦੇ ਨੇ, ਉਹਨਾਂ ਦਾ ਸਦਾ ਸਦਾ ਹੀ ਸੰਸਾਰ ਦੇ ਉੱਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ। ਰਹਾਓ ਅਪਿਓ ਪੀਓ ਅਕਥ ਕਥ ਰਹੀਐ, ਨਿਜ ਕਰ ਬੈਸ ਸਹਿਜ ਕਰ ਲਹੀਐ। ਪ੍ਰੀਤਮ ਦੇ ਨਾਮ ਦੀ ਕਿਰਪਾ ਦਾ ਸਦਕਾ ਹਰ ਵੇਲੇ ਗੁਰਮੁਖ ਅੰਮ੍ਰਿਤ ਪੀਂਦੇ ਨੇ, ਨਾਮ ਦਾ ਅੰਮ੍ਰਿਤ ਪੀਂਦੇ ਰਹਿੰਦੇ ਨੇ। ਤੇ ਉਹ ਪ੍ਰਮਾਤਮਾ ਜੋ ਅਕਥ ਹੈ, ਜਿਸ ਨੂੰ ਕਥਿਆ ਨਹੀਂ ਜਾ ਸਕਦਾ, ਵਡਿਆਈ ਹੀ ਕੀਤੀ ਜਾ ਸਕਦੀ ਹੈ, ਉਸ ਦੇ ਜਸ ਹਰ ਵੇਲੇ ਕਰਦੇ ਰਹਿੰਦੇ ਨੇ, ਉਸ ਦੀ ਵਡਿਆਈ ਹਰ ਵੇਲੇ ਕਰਦੇ ਰਹਿੰਦੇ ਨੇ। ਤੇ ਕਹਿ ਰਹੇ ਨੇ ਉਹਨਾਂ ਨੂੰ ਫਿਰ ਬਖਸ਼ਿਸ਼ਾਂ ਕਿਹੜੀਆਂ ਹੁੰਦੀਆਂ ਨੇ,
ਉਹ ਕਹਿੰਦੇ ਨਿਜ ਘਰ ਵੈਸ ਸਹਿਜ ਕਰ ਲਈਏ। ਉਹ ਫਿਰ ਨਿਜ ਘਰ ਦੇ ਵਿੱਚ ਜਿਹੜਾ ਸਹੀ ਘਰ ਹੈ, ਥਿਰ ਘਰ ਹੈ, ਸਹੀ ਟਿਕਾਣਾ, ਉਸ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ। ਉਦੋਂ ਪ੍ਰਾਪਤੀ ਦੇ ਵਿੱਚ ਉਹਨਾਂ ਨੂੰ ਬੈਠ ਕੇ ਸ਼ਾਂਤੀ ਤੇ ਆਨੰਦ ਬੜਾ ਪ੍ਰਾਪਤ ਹੁੰਦਾ ਹੈ। ਤੇ ਇਸ ਕਰਕੇ ਸਤਿਗੁਰ ਕਹਿੰਦੇ ਨੇ ਵੀ ਇਹ ਗੁਰਮੁਖ ਜਿਹੜੇ ਨੇ ਹਰ ਵੇਲੇ ਅੰਮ੍ਰਿਤ ਪੀਂਦੇ ਨੇ, ਨਿਜ ਘਰ ਦੇ ਵਸਨੀਕ ਬਣ ਜਾਂਦੇ ਹਨ। ਹਰ ਰਸ ਮਾਤੇ ਇਹੋ ਸੁਖ ਕਹੀਐ। ਹਰੀ ਪ੍ਰੀਤਮ ਦੇ ਰਸ ਦੇ ਵਿੱਚ, ਨਿਰੰਕਾਰ ਦੇ ਨਾਮ ਦੇ ਰਸ ਦੇ ਵਿੱਚ ਉਹ ਹਰ ਵੇਲੇ ਮਸਤ ਰਹਿੰਦੇ ਨੇ, ਮਾਤੇ ਮਸਤ ਰਹਿੰਦੇ ਨੇ। ਤੇ ਇਸ ਨੂੰ ਹੀ ਉਹ ਸਭ ਤੋਂ ਵੱਡਾ ਸੁਖ ਗਿਣਦੇ ਹਨ। ਗੁਰਮਤਿ ਚਾਲ ਨਿਹ ਚਲ ਨਹੀਂ ਡੋਲੇ, ਗੁਰਮਤਿ ਸਾਚ ਸਹਿਜ ਹਰ ਬੋਲੇ। ਗੁਰੂ ਦੇ ਕੋਲੋਂ ਮਤ ਲੈ ਕੇ ਜਿਹੜੇ ਉਹ ਨਿਰੰਕਾਰ ਦੀ ਮਤ ਬਖਸ਼ਿਸ਼ ਕੀਤੀ ਹੋਈ ਮਤ, ਉਸ ਮਤ ਦੇ ਰਾਹੀਂ ਉਹਨਾਂ ਨੇ ਭਾਣੇ ਨੂੰ, ਹੁਕਮ ਨੂੰ, ਰਜ਼ਾ ਨੂੰ ਮੰਨ ਲਿਆ। ਉਹ ਜਿਸ ਵੇਲੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਉਹ ਭਾਣੇ ਤੇ ਹੁਕਮ ਤੇ ਰਜ਼ਾ ਨੂੰ ਮੰਨ ਲੈਂਦੇ ਨੇ, ਸੱਚੇ ਮਾਰਗ ਦੇ ਉੱਤੇ ਚੱਲਦੇ ਨੇ, ਤੇ ਉਹਨਾਂ ਦੀ ਚਾਲ ਵੀ ਬੜੀ ਵੱਖਰੀ ਨਿਰਾਲੀ ਹੋ ਜਾਂਦੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਾ ਮਾਰਗ ਚੱਲਣਾ। ਕਹਿੰਦੇ ਉਹ ਫਿਰ ਚੱਲਦੇ ਚੱਲਦੇ ਡੋਲਦੇ ਨਹੀਂ। ਕਾਰਨ ਕੋਈ ਵੀ ਜਿਹੜੇ ਵਿਕਾਰੀ ਤੱਤ ਨੇ ਉਹਨਾਂ ਨੂੰ ਛੂਹ ਨਹੀਂ ਸਕਦੇ। ਉੱਥੇ ਰੋਗ ਪਾਪ ਕੋਈ ਉਹਨਾਂ ਦੇ ਜਮ ਤੱਕ ਵੀ ਲਾਗੇ ਨਹੀਂ ਆ ਸਕਦੇ। ਗੁਰਮਤਿ ਸਾਚ ਸਹਿਜ ਹਰ ਬੋਲੇ। ਉਹ ਗੁਰੂ ਦੇ ਕੋਲੋਂ ਗਿਆਨ ਲੈ ਕੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਮੱਤ ਦੇ ਧਾਰਨੀ ਹੋ ਜਾਂਦੇ ਨੇ। ਹਰ ਵੇਲੇ ਉਹ ਸੱਚ ਦੇ ਵਿੱਚ ਤੇ ਸਹਿਜ ਦੇ ਵਿੱਚ ਹੀ ਬਚਨ ਕਰਦੇ ਹਨ। ਪੀਵੇ ਅੰਮ੍ਰਿਤ ਤਤ ਵਿਰੋਲੇ। ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਕਥਨ ਕਰ ਕਰਕੇ ਹਰ ਵੇਲੇ ਉਹ ਸਤਿਗੁਰ ਦੀ ਵਡਿਆਈ ਕਰਦੇ ਕਰਦੇ ਨਿਰੰਕਾਰ ਵੱਲੋਂ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤ ਨੂੰ ਛਕਦੇ ਹਨ। ਸਤਿਗੁਰ ਦੇਖਿਆ ਦਿਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ। ਸਤਿਗੁਰ ਸੱਚੇ ਪਾਤਸ਼ਾਹ ਦਾ ਜਿਸ ਵੇਲੇ ਉਹਨਾਂ ਦੇ ਨਾਲ ਮਿਲਾਪ ਹੋ ਜਾਂਦਾ, ਉੱਥੇ ਸਤਿਗੁਰ ਨਿਰੰਕਾਰ ਦੇ ਕੋਲੋਂ ਸਿੱਖਿਆ ਲੈਂਦੇ ਨੇ। ਸਤਿਗੁਰ ਦੇ ਕੋਲੋਂ ਸਿੱਖਿਆ ਲੈਂਦੇ ਨੇ ਵੀ ਇਹ ਜਿਹੜਾ ਜੀਵਨ ਹੈ ਇਹ ਕਿਸ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਇਹ ਨਿਰਮਲ ਹੋ ਸਕਦਾ ਹੈ। ਮਨ ਤਨ ਅਰਪਿਓ ਅੰਤਰਗਤ ਕੀਨੀ। ਨਿਰੰਕਾਰ ਜੀ ਨਾਲ ਹੀ ਜਵਾਬ ਦੇ ਦਿੰਦੇ ਨੇ ਵੀ ਇਹ ਮਨ ਤੇ ਤਨ ਨੂੰ ਆਪਣੇ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਅਰਪਣ ਕਰ ਦੇ, ਵਕਤ ਦੇ ਦੇ ਉਸ ਨੂੰ, ਤੇ ਅੰਤਰਗਤ ਕੀਨੀ। ਔਰ ਇਸ ਤਰ੍ਹਾਂ ਤੇਰੇ ਅੰਦਰ ਜਿਹੜਾ ਨਾਮ ਹੈ ਉਹਦੀ ਕਿਰਪਾ ਦੇ ਨਾਲ ਤੈਨੂੰ ਉਹ ਮੋਕਸ਼ ਦਾ ਜਿਹੜਾ ਗਿਆਨ ਹੈ ਪ੍ਰਾਪਤ ਹੋ ਜਾਵੇਗਾ। ਗਤ ਮਿਤ ਪਾਈ ਆਤਮ ਚੀਨੀ। ਆਤਮਾ ਨੂੰ ਜਿੱਤ ਕੇ, ਆਤਮਾ ਨੂੰ ਇੱਕ ਟਿਕਾ ਦੇ ਵਿੱਚ, ਮਨ ਨੂੰ ਇੱਕ ਟਿਕਾ ਦੇ ਵਿੱਚ ਰੱਖ ਕੇ ਉਹਨਾਂ ਨੇ ਮੁਕਤੀ ਦੀ ਮਰਿਆਦਾ ਨੂੰ ਪ੍ਰਾਪਤ ਕਰ ਲੈਂਦੇ ਹਨ। ਭੋਜਨ ਨਾਮ ਨਿਰੰਜਨ ਸਾਰ, ਪਰਮ ਹੰਸ ਸੱਚ ਜੋਤ ਅਪਾਰ। ਇਹ ਪਿਆਰੇ ਜਿਹੜੇ ਮਹਾਤਮਾ ਜਨ ਹੁੰਦੇ ਨੇ, ਸਤਿਗੁਰ ਦੇ ਪਿਆਰੇ, ਉਹ ਹਰ ਵੇਲੇ ਜਿਹੜਾ ਭੋਜਨ ਵੀ ਛਕਦੇ ਨੇ ਉਹ ਨਾਮ ਦਾ ਹੀ ਹੁੰਦਾ ਹੈ। ਤੇ ਉਹਨਾਂ ਨੇ ਇਹ ਭੋਜਨ ਨਾਮ ਦੇ ਨਾਲ ਪਾ ਕੇ ਉਹਨੂੰ ਸਿਮਰਨ ਕਰੀ ਜਾਂਦੇ ਨੇ, ਬੰਦਗੀ ਕਰੀ ਜਾਂਦੇ ਨੇ। ਫਿਰ ਜਿਹੜੇ ਦੁਨਿਆਵੀ ਪਦਾਰਥ ਹੁੰਦੇ ਨੇ ਉਹਨਾਂ ਵੱਲੋਂ ਉਹਨਾਂ ਦਾ ਮੁਖ ਮੁੜ ਜਾਂਦਾ ਹੈ। ਤੇ ਪਰਮਹੰਸ ਸੱਚ ਜੋਤ ਅਪਾਰ, ਉਹ ਜਿਹੜੇ ਹੁੰਦੇ ਨੇ ਪਰਮਹੰਸ, ਬਹੁਤ ਉੱਚੀ ਮੱਤ ਦੇ ਮਾਲਕ, ਬੜੀਆਂ ਵਡਿਆਈਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਮਹਾਤਮਾ ਨੂੰ। ਹਰ ਵੇਲੇ ਉਹ ਅਨੰਤ ਅਕਾਲ ਪੁਰਖ ਦੀ ਵਿਚਾਰ ਦੇ ਵਿੱਚ, ਵਡਿਆਈ ਦੇ ਵਿੱਚ ਹੀ ਲੱਗੇ ਰਹਿੰਦੇ ਨੇ। ਔਰ ਉਸੇ ਕਾਰਨ ਕਰਕੇ ਉਹਨਾਂ ਦੇ ਅੰਦਰ ਹੀ ਪ੍ਰਭੂ ਨਿਰੰਕਾਰ ਵਾਹਿਗੁਰੂ ਦੀ ਜੋਤ ਜਿਹੜੀ ਹੈ ਉਹ ਪ੍ਰਗਟ ਹੋ ਜਾਂਦੀ ਹੈ। ਜੈ ਦੇਖੂੰ ਤੈ ਏਕ ਓੰਕਾਰ। ਉਹਨਾਂ ਦੀ ਬਿਰਤੀ ਇਸ ਤਰ੍ਹਾਂ ਦੀ ਬਣਦੀ ਹੈ, ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਨੈਣ ਜਿਹੜੇ ਨੇ ਇਹ ਸੰਤੋਖੀ ਬਣ ਜਾਂਦੇ ਨੇ। ਜਿੱਧਰ ਦੇਖਦੇ ਨੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਰੂਪ ਹੀ ਦਿਸਦਾ ਹੈ। ਰਹੇ ਨਿਰਾਲਮ ਏਕਾ ਸਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ। ਉਹ ਸਦੇ ਜਿਹੜੇ ਪੁਰਸ਼ ਨੇ ਉਹ ਸੱਚੀ ਕਰਨੀ, ਸੱਚੀ ਕਾਰ ਕਮਾਉਂਦੇ ਨੇ। ਇਹ ਉਹਨਾਂ ਦਾ ਪਹਿਲਾ ਧਰਮ ਬਣ ਜਾਂਦਾ ਹੈ, ਪਹਿਲਾ ਉਹਨਾਂ ਦਾ ਨਿਜ ਬਣ ਜਾਂਦਾ ਹੈ ਕਿ ਉਹਨਾਂ ਨੇ ਉੱਠ ਕੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ੁਕਰਾਨੇ ਦੇ ਵਿੱਚ ਜੁੜਨਾ ਹੈ। ਤੇ ਜਿਸ ਵੇਲੇ ਉਹ ਇਸ ਤਰ੍ਹਾਂ ਕਰਦੇ ਨੇ, ਪਰਮ ਪਦ ਪਾਇਆ ਸੇਵਾ ਗੁਰ ਚਰਣੀ, ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਰ ਚਰਨਾਂ ਦੀ ਸੇਵਾ ਕਰਦੇ ਨੇ। ਗੁਰੂ ਘਰ ਜਾ ਕੇ ਵੀ ਬੇਅੰਤ ਸੇਵਾਵਾਂ ਕਰਦੇ ਨੇ, ਆਪਣੇ ਆਪ ਨੂੰ ਜਨ ਬਣਾ ਲੈਂਦੇ ਨੇ। ਉਹਨਾਂ ਨੂੰ ਫਿਰ ਪਰਮ ਪਦ, ਉੱਚੀ ਪਦ ਵੀ ਪ੍ਰਾਪਤ ਹੋ ਜਾਂਦੀ ਹੈ।
ਮਨ ਤੇ ਮਨ ਮਾਨਿਆ ਚੂਕੀ ਅਹੰਗ ਭਰਮਣੀ। ਮਨ ਤੇ ਮਨ ਮਾਨਿਆ, ਜਿਸ ਉਹ ਮਨ ਜਿਹੜਾ ਸਾਡਾ ਮਨ ਹੈ, ਦੇਖੋ ਇਹ ਮਨ ਦੀ ਬੇਨਤੀ ਮੈਂ ਇਸ ਤਰ੍ਹਾਂ ਕਰਾਂ ਵੀ ਇਹ ਇੱਕ ਸਾਡੇ ਖਿਆਲਾਂ ਦੀ ਗੁਥਲੀ ਹੈ ਜੋ ਸਾਡੇ ਗਿਆਨ ਦੇ ਅੰਦਰੇ ਸਾਨੂੰ ਅੰਦਰ ਨਿਰਗੁਣ ਸਰੂਪ ਨੂੰ ਦੱਸਦੇ ਨੇ। ਉਹ ਫਿਰ ਉੱਥੇ ਉਹ ਇਸੇ ਤਰ੍ਹਾਂ ਦੇ ਹੀ ਅੰਦਰ ਉਹਨਾਂ ਦੇ ਖਿਆਲ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਕਹਿੰਦੇ ਜਿਸ ਵੇਲੇ ਇਹ ਮਨ ਉਹ ਮਨ ਮਨਾਉਣ ਵਾਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਮੰਨ ਗਿਆ ਤਾਂ ਉਸ ਵੇਲੇ ਉਹਦੇ ਅੰਦਰੋਂ ਚੂੰਕਿ ਅਹੰ ਭਰਮਣੀ, ਕਹਿੰਦੇ ਹੰਗਤਾ ਮਮਤਾ ਉਹ ਹਉਮੈ ਦੂਰ ਹੋ ਜਾਂਦੀ ਹੈ। ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ। ਇਹ ਵਿਧੀ ਦੇ ਨਾਲ ਦੱਸੋ ਭਾਈ ਕਿਹੜਾ ਨਹੀਂ ਤਰਿਆ? ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ, ਸਤਿਗੁਰ ਸੱਚੇ ਪਾਤਸ਼ਾਹ ਦਾ ਇਹ ਗਿਆਨ ਪ੍ਰਾਪਤ ਕਰ ਲਿਆ, ਦੱਸੋ ਕੌਣ ਨਹੀਂ ਤਰਿਆ? ਉਹ ਕਹਿੰਦੇ ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਨਿਰੰਕਾਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਇਹ ਨਿਰੰਕਾਰ ਦੇ ਹੁਕਮ ਨੂੰ ਪਹਿਚਾਨ ਲਿਆ, ਨਿਰੰਕਾਰ ਸੱਚੇ ਪਾਤਸ਼ਾਹ ਦੀਆਂ ਵਿਧੀਆਂ ਨੂੰ, ਜੋ ਮਾਲਕ ਸੱਚੇ ਪਾਤਸ਼ਾਹ ਜੀ ਪਹਿਲਾਂ ਆਪਾਂ ਨੂੰ ਹੁਕਮ ਕਰਕੇ ਆ ਰਹੇ ਨੇ, ਉਹਨਾਂ ਦੇ ਧਾਰਨੀ ਹੋ ਗਿਆ ਤੇ ਉਸ ਸੰਸਾਰ ਤੋਂ ਉਹ ਜੀਵ ਤਰ ਜਾਂਦੇ ਨੇ। ਇਹ ਗੱਲ ਇਹ ਨਹੀਂ ਕਹੀ ਜਾ ਸਕਦੀ ਵੀ ਉਹ ਨਹੀਂ ਤਰਦੇ, ਕਹਿੰਦੇ ਉਹ ਸਾਰੇ ਤਰ ਜਾਂਦੇ ਨੇ। ਕੌਣ ਕੌਣ ਨਹੀਂ ਤਾਰਿਆ, ਕੌਣ ਨਹੀਂ ਤਾਰਿਆ? ਸਾਰਿਆਂ ਨੂੰ ਨਿਰੰਕਾਰ ਜੀ ਤਾਰ ਦਿੰਦੇ ਨੇ। ਹਰ ਜਸ ਸੰਤ ਭਗਤ ਨਿਸਤਾਰਿਆ, ਉਹ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦਾ ਜਸ ਕਰਦੇ ਨੇ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਨੇ, ਨਾਮ ਜਪਦੇ ਨੇ, ਸੰਤ ਭਗਤ ਜਿਹੜੇ ਨੇ, ਉਹਨਾਂ ਸਾਰਿਆਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੂੰ ਭਵ ਸਾਗਰ ਤੋਂ ਤਾਰ ਦਿੰਦੇ ਹਨ। ਪ੍ਰਭ ਪਾਏ ਹਮ ਅਵਰ ਨਾ ਪਾਰਿਆ, ਪ੍ਰਭੂ ਨਿਰੰਕਾਰ ਨੂੰ ਪਾਉਣ ਦੇ ਨਾਲ ਸਾਡਾ ਜੋ ਆਉਣਾ ਜਾਣਾ ਸੰਸਾਰ ਦੇ ਉੱਤੇ ਖਤਮ ਹੋ ਗਿਆ। ਸਾਚ ਮਹਲ ਗੁਰ ਅਲਖ ਲਖਾਇਆ, ਨਿਹਚਲ ਮਹਲ ਨਹੀਂ ਛਾਇਆ ਮਾਇਆ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਚ ਮਹਲ ਗੁਰ ਅਲਖ ਲਿਖਾਇਆ। ਗੁਰੂ ਨਿਰੰਕਾਰ ਨੇ ਜਿਹੜਾ ਸਹੀ ਘਰ ਹੈ, ਉਹ ਨਿਰੰਕਾਰ ਮਿਹਰਬਾਨ ਜਿਹੜਾ ਅਲਖ ਹੈ, ਜਿਹੜਾ ਲਿਖਿਆ ਨਹੀਂ ਜਾ ਸਕਦਾ, ਉਸ ਦਾ ਸਾਨੂੰ ਜਾਣਨਾ ਕਰਵਾਇਆ ਉਹਦੇ ਬਾਰੇ। ਕਹਿੰਦੇ ਨਿਹਚਲ ਮਹਲ ਨਹੀਂ ਛਾਇਆ ਮਾਇਆ, ਉਹ ਐਸਾ ਅਸਥਾਨ ਹੈ, ਥਿਰ ਘਰ ਜਿਹੜਾ ਹੈ, ਨਿਜ ਘਰ ਜਿਹੜਾ ਹੈ, ਜਿਹਨੂੰ ਅਸੀਂ ਚੌਥਾ ਪਦ ਵੀ ਕਹਿ ਦਿੰਦੇ ਹਾਂ। ਵੈਸੇ ਚੌਥਾ ਪਦ ਜਿਹੜਾ ਹੈ ਇਹ ਤਿੰਨਾਂ ਮਾਇਆ ਤੋਂ, ਜਦੋਂ ਅਸੀਂ ਨਿਰਗੁਣ, ਜਿਸ ਵੇਲੇ ਅਸੀਂ ਆਪਾਂ ਤਿੰਨ ਮਾਇਆ ਜਿਹੜੀਆਂ ਨੇ ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਗਾਹਾਂ ਤੇ ਇੱਥੇ ਵੀ ਨਿਜ ਘਰ ਕਹਿ ਦਿੰਦੇ ਆ। ਪਰ ਨਿਜ ਘਰ ਤੋਂ ਗਾਹਾਂ ਵੀ ਸਥਾਨ ਹੈ ਜਿਹੜਾ ਨਿਰੰਕਾਰ ਸੱਚੇ ਪਾਤਸ਼ਾਹ ਦਾ ਥਿਰ ਘਰ ਹੈ, ਜਿਹਨੂੰ ਅਸਲ ਵਿੱਚ ਅਸੀਂ 10 ਦੁਆਰ ਦਾ ਦਰਵਾਜ਼ਾ ਆਖਦੇ ਹਾਂ। ਉਹ ਦਰਵਾਜ਼ੇ ਦੇ ਉੱਤੇ ਜਦੋਂ ਜੀਵ ਪਹੁੰਚਦਾ ਫਿਰ ਉਸ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਉਦੋਂ ਜਗ੍ਹਾ ਦੇ ਉੱਤੇ ਮਾਇਆ ਤੇ ਛਾਇਆ, ਜਿਹੜੇ ਮਾਇਆ ਦੇ ਬੰਧਨ ਨੇ ਜਾਂ ਵਿਕਾਰੀ ਤੱਤ ਨੇ, ਉੱਥੇ ਨਹੀਂ ਪਹੁੰਚਦੇ। ਸਾਚ ਸੰਤੋਖੇ ਪਰਮ ਚੁਕਾਇਆ, ਉਹ ਜੀਵ ਜਿਹੜੇ ਉੱਥੇ ਪਹੁੰਚ ਜਾਂਦੇ ਉਹ ਸੱਚ ਦੇ ਵਿੱਚ ਜੀਵਨ ਆਪਣਾ ਬਤੀਤ ਕਰਦੇ ਨੇ। ਜਿਹੜੇ ਭਰਮ ਨੇ ਉਹਨਾਂ ਦੇ ਨਿਰੰਕਾਰ ਦੀ ਕਿਰਪਾ ਦੇ ਨਾਲ ਖਤਮ ਹੋ ਜਾਂਦੇ ਹਨ। ਜਿਨ ਕੈ ਮਨ ਵਸਿਆ ਸੱਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਕਹਿੰਦੇ ਨੇ ਉਹ ਜਿਹੜੇ ਵਾਹਿਗੁਰੂ ਦੇ ਨਾਮ ਜਪਣ ਵਾਲੇ ਨੇ, ਮਨ ਨੂੰ ਸੰਤੋਖ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਭਾਈ, ਉਹਨਾਂ ਦਾ ਸਾਨੂੰ ਉਹਨਾਂ ਨੇ ਭਰਮਾਂ ਨੂੰ ਖਤਮ ਕਰ ਦਿੱਤਾ। ਜਿਨ ਕੇ ਮਨ ਵਸਿਆ ਸੋਈ, ਉਹ ਹੈ ਜੀਵ ਜਿਨ੍ਹਾਂ ਦੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਵਸ ਗਿਆ। ਔਰ ਕਹਿੰਦੇ ਉਹਨਾਂ ਦੀ ਸੰਗਤ, ਤਿਨ ਕੀ ਸੰਗਤ ਗੁਰਮੁਖ ਹੋਈ, ਉਹਨਾਂ ਦੀ ਸੰਗਤ ਕਰਨ ਦੇ ਨਾਲ ਜਿਹੜਾ ਆਮ ਜੀਵ ਹੈ ਉਹ ਵੀ ਗੁਰਮੁਖ ਬਣ ਜਾਂਦਾ। ਉਹਨਾਂ ਦੇ ਕੋਲੋਂ ਗਿਆਨ ਲੈ ਕੇ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਨੂੰ ਗ੍ਰਹਿਣ ਕਰਕੇ, ਨਾਨਕ ਸਾਚ ਨਾਮ ਮਲ ਖੋਈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਸੱਚੇ ਨਾਮ ਦੇ ਨਾਲ ਜੀਵ ਜੁੜ ਜਾਂਦਾ ਹੈ, ਹਰ ਤਰ੍ਹਾਂ ਦੀ ਪਾਪਾਂ ਦੀ ਮੈਲ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦੀ ਹੈ। ਇਹ ਨਾਮ ਉਸ ਨੂੰ ਖਤਮ ਕਰ ਦਿੰਦੇ ਹਨ, ਨਾਸ਼ ਕਰ ਦਿੰਦੇ ਹਨ। ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿਤਰਾ ਪੈ ਜਾ ਕਾ, ਉਪਜੰਪ ਦਰਸ਼ਨ ਕੀਜੈ ਤਾਂ ਕਾ। ਨਿਰੰਕਾਰ ਜੀ ਸੰਸਾਰ ਨੂੰ ਗਿਆਨ ਦਿੰਦੇ ਨੇ। ਜਿਹੜੇ ਪਹਿਲੇ ਪਤੇ ਦੇ ਵਿੱਚ ਸਤਿਗੁਰਾਂ ਨੇ ਗੁਰਮੁਖਾਂ ਦੀ ਜਿਹੜੀ ਗੱਲ ਕੀਤੀ, ਗੁਰਮੁਖਾਂ ਵਾਦਾ ਰੂਪ ਸਾਨੂੰ ਜਣਾਇਆ ਹੈ। ਕਹਿੰਦੇ ਦੇਖੋ ਭਾਈ, ਜਿਹੜੇ ਰਾਮ ਨਾਮ ਰਮੇ ਹੋਏ, ਰਾਮ ਦੇ ਨਾਲ, ਉਹਦੇ ਨਾਮ ਦੇ ਨਾਲ ਜਿਨ੍ਹਾਂ ਨੇ ਆਪਣੇ ਚਿੱਤ ਨੂੰ, ਆਪਣੀ ਆਤਮਾ ਨੂੰ ਰੰਗ ਲਿਆ, ਆਪਣੇ ਮਨ ਨੂੰ ਇੱਕ ਥਿਰ ਘਰ ਦੇ ਵਿੱਚ ਲਿਆ ਕੇ ਬਹਾਲ ਲਿਆ।
ਕਹਿੰਦੇ ਉਪਜੰਪ ਦਰਸ਼ਨ ਕੀਜੇ ਤਾਂ ਕਾ, ਸੂਰਜ ਦੀ ਟਿੱਕੀ ਚੜ੍ਹਦੇ ਸਾਰੀ, ਉਪਜੰਪ ਕਹਿੰਦੇ ਨੇ ਸੂਰਜ ਦੀ ਟਿੱਕੀ ਜਦੋਂ ਚੜ੍ਹਦੀ ਹੈ ਉਸੇ ਵੇਲੇ ਹੀ ਇਸ ਤਰ੍ਹਾਂ ਦੇ ਗੁਰਮੁਖਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਰਾਮ ਨ ਜਪੋ ਅਭਾਗ, ਰਾਮ ਨ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ। ਜਿਹੜੇ ਉਹ ਰਮੇ ਹੋਏ ਰਾਮ ਦਾ ਨਾਮ ਨਹੀਂ ਜਪਦੇ, ਉਹ ਉਹਨਾਂ ਦੇ ਤਾਂ ਇਸ ਤਰ੍ਹਾਂ ਉਹਨਾਂ ਦੇ ਬੜੇ ਮੰਦੇ ਭਾਗ ਨੇ ਭਾਈ ਸੰਸਾਰ ਦੇ ਉੱਤੇ। ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ, ਸਾਰੇ ਯੁਗਾਂ ਦੇ ਵਿੱਚ ਉਹ ਨਿਰੰਕਾਰ ਵਾਹਿਗੁਰੂ ਸਦਾ ਹੀ ਥਿਰ ਰਿਹਾ ਹੈ, ਜਿਹਦਾ ਹੁਕਮ ਹਰ ਜਗ੍ਹਾ ਦੇ ਉੱਤੇ ਚੱਲਦਾ ਹੈ। ਪ੍ਰਭ ਰਾਮ ਹਮਾਰਾ, ਉਹ ਨਿਰੰਕਾਰ ਜੋ ਸਾਨੂੰ ਖਾਣ ਪੀਣ ਪਹਿਨਣ ਵਾਸਤੇ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਵਾਸ ਬਖਸ਼ਿਸ਼ ਕਰਦੇ ਨੇ। ਇਦਾਂ ਦੇ ਵੱਡੇ ਵੱਡੇ ਜਿਹੜੇ ਪਦਾਰਥ ਸਾਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ, ਉਹੀ ਜਿਹੜਾ ਇਹਨਾਂ ਸਾਰਿਆਂ ਦਾ ਕਰਤਾ ਹੈ, ਜਿਹੜਾ ਸਾਰਾ ਇਹਨਾਂ ਖਜ਼ਾਨਿਆਂ ਦਾ ਮਾਲਕ ਹੈ, ਉਹੀ ਮੇਰਾ ਵਾਹਿਗੁਰੂ ਨਿਰੰਕਾਰ ਹਮਾਰਾ ਪਿਆਰਾ, ਉਹ ਸਭ ਦੇ ਵਿੱਚ ਰਮਿਆ ਹੋਇਆ ਰਾਮ ਹੈ। ਰਹਾਉ ਗੁਰਮਤਿ ਰਾਮ ਜਪੈ ਜਨ ਪੂਰਾ, ਤਿਤ ਕਟ ਅਨਹਤ ਵਾਜੇ ਤੂਰਾ। ਜਿਹੜੇ ਜੀਵ ਗੁਰੂ ਤੋਂ ਮੱਤ ਲੈ ਕੇ ਉਸ ਪ੍ਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਨੇ ਭਾਈ, ਉਹੀ ਜਨ ਪੂਰੇ ਨੇ। ਤਿਤ ਘਟ ਅਨਹਤ ਵਾਜੇ ਤੂਰਾ, ਉਹਨਾਂ ਦੇ ਅੰਦਰ ਉਹ ਸ਼ਬਦ ਪ੍ਰਗਟ ਹੋ ਜਾਂਦਾ ਜਿਹਦੇ ਰਾਹੀਂ ਜਿਹੜਾ ਅਨਹਦ ਹੈ, ਜਿਹਦੀ ਹੱਦ ਪਾਈ ਨਹੀਂ ਜਾ ਸਕਦੀ, ਉਹ ਏਡੇ ਪ੍ਰੇਮ ਦੇ ਵਿੱਚ ਉਹ ਸ਼ਬਦ ਵੱਜਦਾ ਜਿਹੜਾ ਜੀਵ ਹੈ ਹਰ ਵੇਲੇ ਹੀ ਮਸਤੀ ਦੇ ਵਿੱਚ ਝੂਮਦਾ ਹੈ। ਜਦੋਂ ਮਸਤੀ ਦੇ ਵਿੱਚ ਝੂਮਦਾ ਉਸ ਨੂੰ ਬੜਾ ਆਨੰਦ ਆਉਂਦਾ। ਮੈਂ ਇੱਕ ਬੇਨਤੀ ਕਰਾਂ, ਇੱਕ ਹਾਲਾਤ ਜੀਵਾਂ ਦੀ ਉਹ ਵੀ ਹੋ ਜਾਂਦੀ ਹੈ, ਜਿਸ ਵੇਲੇ ਭਾਈ ਇਹ ਨਾਮ ਪ੍ਰਗਟ ਹੋ ਜਾਂਦਾ ਨਾ, ਜਾਂ ਜਿਹੜੇ ਨਾਮ ਦੇ ਵਿੱਚ ਜਿਨ੍ਹਾਂ ਨੂੰ ਗਿਆਨ ਹੋ ਗਿਆ ਦੂ ਚੀਜ਼ ਦਾ, ਜਿਹੜੇ ਨਾਮ ਦੇ ਰੰਗ ਦੇ ਵਿੱਚ ਰੰਗਣੇ ਸ਼ੁਰੂ ਹੋ ਗਏ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਮੈਂ ਤਾਂ ਇਹ ਕਹਾਂਗਾ ਉਦੋਂ ਇਸ ਸੰਸਾਰ ਦੇ ਉੱਤੇ ਇਸ ਤਰ੍ਹਾਂ ਤੁਰਦੇ ਨੇ ਜਿੱਦਾਂ ਉਹ ਬਿਲਕੁਲ ਮਸਤ ਹੁੰਦੇ ਨੇ। ਮਤ ਨਹੀਂ ਹੁੰਦੀ ਜਿਨ੍ਹਾਂ ਨੂੰ, ਲੋਕ ਉਹਨਾਂ ਨੂੰ ਬੜਾ ਹੋਰ ਤਰ੍ਹਾਂ ਦੇ ਰੂਪਾਂ ਦੇ ਵਿੱਚ ਵੀ ਦੇਖਦੇ ਨੇ, ਕਹਿੰਦੇ ਨੇ ਪਤਾ ਨਹੀਂ ਪਾਗਲ ਹੋ ਗਿਆ ਹੈ ਜਾਂ ਇਹ ਮਤਹੀਣ ਹੋ ਗਿਆ। ਪਰ ਜੇ ਕਿਤੇ ਇਹ ਅਵਸਥਾ ਆ ਜਾਵੇ ਤਾਂ ਸਾਨੂੰ ਰੋਮ ਰੋਮ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ। ਕਿਉਂ ਅਸੀਂ ਦੂਸਰਿਆਂ ਦੇ ਨਾਲ ਵਹਿੰਸਾਂ ਕਰਦੇ ਹਾਂ, ਕਿਉਂ ਅਸੀਂ ਦੂਸਰਿਆਂ ਨੂੰ ਆਪਣੇ ਆਪ ਨੂੰ ਵੱਡਾ ਜਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂ ਅਸੀਂ ਹੰਕਾਰ ਦੇ ਵਿੱਚ ਫਸੇ ਹੋਏ ਹਾਂ। ਇਹ ਚੀਜ਼ਾਂ ਉਹਨਾਂ ਦੇ ਵਾਸਤੇ ਫਿਰ ਬਹੁਤ ਨਾਮ ਬੇਮਾਮੂਲੀ ਜਿਹੀਆਂ ਚੀਜ਼ਾਂ ਰਹਿ ਜਾਂਦੀਆਂ ਨੇ। ਪਰ ਇਸ ਤਰ੍ਹਾਂ ਲੱਗਦਾ ਜਿੱਦਾਂ ਇਹ ਇਦੋਂ ਸੰਸਾਰ ਦੇ ਉੱਤੇ ਇਹ ਜਿਹਨਾਂ ਦੀ ਮਤਹੀਣ ਹੋ ਜਾਂਦੇ ਨੇ ਇੱਦਾਂ ਤੁਰਦੇ, ਪਰ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕਿਹੜੀ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਹਾਂ। ਸੋ ਇਸ ਕਾਰਨ ਕਰਕੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਨਾਮ ਪ੍ਰਗਟ ਹੋ ਗਿਆ, ਉਹਨਾਂ ਦੇ ਫਿਰ ਉਹ ਜਿਹੜਾ ਅਨਹਦ ਸ਼ਬਦ ਹੈ ਉਹ ਪੂਰੀ ਕਿਰਪਾ ਕਰਦਾ। ਉਹ ਨਿਰੰਕਾਰ ਪੂਰੇ ਦੇ ਰਾਹੀਂ ਹੀ ਉਹ ਸ਼ਬਦ ਪ੍ਰਗਟ ਹੁੰਦਾ, ਤਾਂ ਉਹਨਾਂ ਦੇ ਹਰ ਵੇਲੇ ਫਿਰ ਅੰਦਰ ਅਨਹਦ ਪ੍ਰੇਮ ਦੇ ਗੀਤ, ਪ੍ਰੇਮ ਦਾ ਸਾਜ਼ ਵੱਜਦਾ ਰਹਿੰਦਾ ਹੈ। ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਤਾਰ। ਜਿਹੜੇ ਜੀਵ ਉਹ ਪਤੀ ਪ੍ਰਮਾਤਮਾ ਦੇ ਨਾਲ ਅਟੁੱਟ ਜਿਨ੍ਹਾਂ ਦਾ ਪਿਆਰ ਪੈ ਜਾਂਦਾ ਨੇ, ਜਿਹੜੇ ਹਰੀ ਦੇ ਭਗਤ ਹੁੰਦੇ ਹਨ, ਉਹਨਾਂ ਦਾ ਜਿਨ੍ਹਾਂ ਦਾ ਗੁਰੂ ਨਿਰੰਕਾਰ ਨਾਲ ਬੇਹੱਦ ਪਿਆਰ ਪੈ ਗਿਆ, ਉਹਨਾਂ ਨੂੰ ਕੀ ਕਰਦੇ ਨੇ, ਸੇ ਪ੍ਰਭ ਰਾਖੇ ਕਿਰਪਾ ਤਾਰ। ਗੁਰੂ ਨਿਰੰਕਾਰ ਆਪਣੀ ਕਿਰਪਾ ਕਰਕੇ ਹਰ ਰੋਗ ਤੇ ਪਾਪ ਤੇ ਜਮਾਂ ਦੇ ਕੋਲੋਂ ਬਚਾ ਕੇ ਰੱਖ ਲੈਂਦੇ ਹਨ। ਜਿਨ ਕੈ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰਸ ਸੁਖ ਹੋਈ। ਭਾਈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੀਤਮ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਵਸ ਗਿਆ, ਉਹਨਾਂ ਨੂੰ ਨਿਸ਼ਾਨ ਮਿਲ ਗਿਆ ਨਿਰੰਕਾਰ ਦਾ, ਉਹਨਾਂ ਦਾ ਦਰਸ਼ ਪਰਸ ਸੁਖ ਹੋਈ। ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਬਸ ਸਾਨੂੰ ਅੰਦਰ ਠੰਡ ਪੈ ਜਾਂਦੀ ਹੈ, ਸੁਖ ਪ੍ਰਾਪਤ ਹੋ ਜਾਂਦਾ ਹੈ। ਸਰਬ ਜੀਆਂ ਮੈਂ ਏਕ ਔਰਵੈ, ਮਨ ਮੁਖ ਹੰਕਾਰੀ ਫਿਰ ਜੂਨੀ ਪਵੈ। ਭਾਈ ਉਹ ਅਕਾਲ ਪੁਰਖ ਤਾਂ ਸਾਰੇ ਜੀਵਾਂ ਦੇ ਵਿੱਚ ਸਰਵ ਵਿਆਪਕ ਹੈ, ਜੋਤ ਸਰੂਪੀ ਆਪ ਹਰ ਇੱਕ ਦੇ ਅੰਦਰ ਵਸਿਆ ਹੋਇਆ ਹੈ। ਪਰ ਜਿਹੜੇ ਮਨਮੁਖ ਤੇ ਹੰਕਾਰੀ ਪੁਰਸ਼ ਨੇ, ਉਹ ਏਦੂ ਚੀਜ਼ ਦਾ ਉਹਨਾਂ ਨੂੰ ਗਿਆਨ ਨਹੀਂ ਹੁੰਦਾ।
ਉਹ ਮੁੜ ਕੇ ਸੰਸਾਰ ਦੇ ਉੱਤੇ ਜੰਮਦੇ ਮਰਦੇ ਰਹਿੰਦੇ ਹਨ। ਸੋ ਬੂਝੈ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰ ਸਬਦੇ ਪਾਏ। ਭਾਈ ਜਿਹਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹੀ ਇਹ ਗੁਣਾਂ ਨੂੰ, ਉਹੀ ਨਿਰੰਕਾਰ ਦੇ ਗਿਆਨ ਨੂੰ ਪਹਿਚਾਣ ਸਕਦਾ ਹੈ, ਉਹੀ ਗੁਰੂ ਦੇ ਕੋਲੋਂ ਮੱਤ ਲੈ ਸਕਦਾ ਹੈ ਤੇ ਉਦੋਂ ਮੱਤ ਦੇ ਉੱਤੇ ਚੱਲਦਾ ਹੈ। ਕਹਿੰਦੇ ਉਹ ਫਿਰ ਜਿਹੜਾ ਵਿਰਲਾ ਸੰਸਾਰ ਦੇ ਉੱਤੇ ਹੈ, ਉਹਨਾਂ ਦੇ ਅੰਦਰੋਂ ਹਉਮੈ ਮਰ ਜਾਂਦੀ ਆ ਤਾਂ ਗੁਰੂ ਦਾ ਜਿਹੜਾ ਸ਼ਬਦ ਉਹ ਪ੍ਰਗਟ ਹੋ ਜਾਂਦਾ ਹੈ। ਅਰਧ ਉਰਧ ਕੀ ਸੰਤ ਕਿਉ ਜਾਣੈ, ਗੁਰਮੁਖ ਸੰਤ ਮਿਲੈ ਮਨ ਮਾਨੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਅਰਧ ਜੀਵ ਤੇ ਉਰਧ ਈਸ਼ਵਰ ਦੀ ਸੰਧ ਜਿਹੜੇ ਕਹਿੰਦੇ ਨੇ, ਜਿਹੜੇ ਉਹਨਾਂ ਦਾ ਮਿਲਾਪ ਹੈ ਕਿਸ ਪ੍ਰਕਾਰ ਤੁਸੀਂ ਕਰੋਗੇ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਮਿਲ ਗਏ ਨੇ, ਕਿੱਦਾਂ ਤੁਸੀਂ ਕਹੋਗੇ ਕਿ ਉਹ ਨਹੀਂ ਮਿਲੇ? ਕੀ ਤੁਹਾਡੇ ਕੋਲ ਉਦੋਂ ਚੀਜ਼ ਦਾ ਕੋਈ ਸਬੂਤ ਹੈ? ਨਹੀਂ। ਗੁਰਮੁਖ ਸੰਤ ਮਿਲੇ ਮਨ ਮਾਨੇ, ਕਹਿੰਦੇ ਵੀ ਜਿਹੜੇ ਗੁਰਮੁਖ ਬਣਦੇ ਨੇ, ਨਿਰੰਕਾਰ ਦੇ ਪਿਆਰੇ ਨੇ, ਉਹਨਾਂ ਦੇ ਮਨ ਦੇ ਵਿੱਚ ਮੰਤਰ ਨੂੰ ਉਹ ਮੰਨ ਲੈਂਦੇ ਨੇ, ਉਹਨਾਂ ਦੇ ਅੰਦਰ ਮੰਤਰ ਵਸਿਆ ਹੁੰਦਾ ਹੈ ਤੇ ਉਹ ਈਸ਼ਵਰ ਨੂੰ, ਉਹ ਮੰਤਰੀ ਈਸ਼ਵਰ ਦੇ ਨਾਲ ਸੰਧ ਕਹਿੰਦੇ ਨੇ, ਉਹਨਾਂ ਦਾ ਮਿਲਾਉਣਾ ਕਰ ਦਿੰਦੇ ਹਨ। ਉਹ ਨਾਮ ਹੀ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਨਾਲ ਜੀਵ ਮਿਲ ਸਕਦਾ ਹੈ ਜਦੋਂ ਆਪਣੇ ਆਪ ਨੂੰ ਜਨ ਬਣਾ ਕੇ, ਪਵਿੱਤਰ ਬਣਾ ਕੇ ਨਿਰਮਲ ਬਣ ਕੇ, ਔਰ ਇਹ ਪਾਪਾਂ ਤੇ ਰੋਗਾਂ ਨੂੰ ਖਤਮ ਕਰਕੇ, ਆਸਾ ਤ੍ਰਿਸ਼ਨਾ ਹੰਗਤਾ ਮੰਗਤਾ ਨੂੰ ਖਤਮ ਕਰ ਦਿੰਦਾ। ਉਦੋਂ ਫਿਰ ਇਹੀ ਨਾਮ ਕਿਰਪਾ ਕਰਕੇ ਅਕਾਲ ਪੁਰਖ ਦੇ ਨਾਲ ਦੀ ਸੰਧੀ ਬਣਾ ਦਿੰਦਾ। ਸੰਧੀ ਕਹਿੰਦੇ ਨੇ, ਸੰਧ ਨੂੰ ਕਹਿੰਦੇ ਨੇ ਸੰਧੀ ਮਿਲਾਪ ਹੋ ਗਿਆ ਉਹਨਾਂ ਦੇ ਨਾਲ। ਹਮ ਪਾਪੀ ਨਿਰਗੁਣ ਕਉ ਗੁਣ ਕਰੀਐ, ਉਹ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ। ਇਹ ਮੇਰੇ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀਓ, ਮੈਂ ਪਾਪੀ ਹਾਂ, ਔਗਣਾਂ ਦਾ ਭਰਿਆ ਹੋਇਆ ਹਾਂ, ਮੇਰੇ ਉੱਤੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ। ਮੇਰੇ ਪਾਪਾਂ ਨੂੰ ਨਿਵਰਤ ਕਰਕੇ, ਖਤਮ ਕਰਕੇ, ਮੈਨੂੰ ਸ਼ੁਭ ਗੁਣਾਂ ਦੇ ਖਜ਼ਾਨਿਆਂ ਦੇ ਵਿੱਚੋਂ ਦਾਤਾਂ ਬਖਸ਼ਿਸ਼ ਕਰੋ ਸਤਿਗੁਰ ਜੀ। ਤੇ ਨਾਲ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਇਸ ਤਰ੍ਹਾਂ ਅਰਦਾਸ ਕਰਾਂਗੇ ਜਦੋਂ ਆਪਾਂ, ਭਾਈ ਪ੍ਰਭੂ ਹੋਏ ਦਿਆਲ ਨਾਨਕ ਜਨ ਤਰੀਏ, ਪ੍ਰਭੂ ਨਿਰੰਕਾਰ ਸਾਡੀ ਸੇਵਾ, ਸਾਡੇ ਕਰਮਾਂ ਨੂੰ ਪ੍ਰਵਾਨ ਕਰ ਲੈਣਗੇ। ਉਹ ਵਾਹਿਗੁਰੂ ਜੀ ਸਾਡੇ ਉੱਤੇ ਦਿਆਲੂ ਹੋ ਜਾਣਗੇ, ਸਾਡੇ ਵਾਹਿਗੁਰੂ ਜੀ ਸਾਡੇ ਉੱਤੇ ਮਿਹਰਾਂ ਕਰ ਦੇਣਗੇ, ਆਪਣੀ ਰਹਿਮਤ ਦਾ ਹੱਥ, ਆਪਣੀ ਮਿਹਰ ਦਾ ਹੱਥ ਆਪਣੇ ਸਾਡੇ ਸੀਸਾਂ ਤੇ ਰੱਖ ਦੇਣਗੇ ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਇਹ ਭਵਸਾਗਰ ਤੋਂ ਵੀ ਤਾਰ ਲੈਣਗੇ। 16 ਅਸ਼ਟਪਦੀਆਂ ਗੋਰੇ ਰੀ ਗੌੜੀ ਕੀਆਂ। ਇਹ 16 ਅਸ਼ਟਪਦੀਆਂ ਸਨ। ਨਿਰੰਕਾਰ ਪਹਿਲੇ ਪਾਤਸ਼ਾਹ, ਇਸ ਸੰਸਾਰ ਦੇ ਪ੍ਰਤਿਪਾਲਕ, ਸੰਸਾਰ ਦੇ ਕਰਤਾ, ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਕਿ ਗੋਰਾਰੀ ਗੋੜੀ ਦੇ ਵਿੱਚ ਸਨ। ਗੌੜੀ ਬੈਰਾਗਣ ਮਹਲਾ ਪਹਿਲਾ, ਏਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਗੌੜੀ ਦਾ ਦੂਜਾ ਰੂਪ ਵਿਰਾਗਣ ਵਾਲਾ ਚੱਲਿਆ ਹੈ। ਇਹਦੇ ਵਿੱਚ ਮੇਰੇ ਨਿਰੰਕਾਰ ਇਸ ਸੰਸਾਰ ਨੂੰ ਗਿਆਨ ਦਿੰਦੇ ਨੇ, ਇੱਥੇ ਛੋਟਾ ਮੰਗਲ ਲਾਉਂਦੇ ਨੇ। ਇੱਕ ਓੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਉਹਦੀ ਕਿਰਪਾ ਦੇ ਨਾਲ ਜਾਂ ਉਸ ਦੀ ਰਹਿਮਤ ਦੇ ਨਾਲ ਅਸੀਂ ਇਸ ਸੰਸਾਰ ਦੇ ਉੱਤੇ ਜਨਮ ਤੇ ਮਰਨ ਦੇ ਚੱਕਰਾਂ ਨੂੰ ਖਤਮ ਕਰਨ ਵਾਸਤੇ, 84 ਦੇ ਚੱਕਰਾਂ ਨੂੰ ਖਤਮ ਕਰਨ ਵਾਸਤੇ ਇਹ ਸੰਸਾਰ ਦੇ ਉੱਤੇ ਮਨੁੱਖਾ ਦੇ ਧਾਰਨ ਕਰਕੇ ਆਏ ਹਾਂ। ਪਰ ਇਸ ਜਿਸਲੇ 84 ਦਾ ਚੱਕਰ ਖਤਮ ਕਰਨਾ, ਮਨੁੱਖਾ ਦੇਹ ਦੇ ਵਿੱਚ ਆਉਣਾ ਜਾਣਾ ਜਾਂ ਹੋਰ ਕਿਸੇ ਦੇਹ ਦੇ ਵਿੱਚ ਆਉਣਾ ਜਾਣਾ ਖਤਮ ਕਰਨਾ, ਤਾਂ ਸਾਨੂੰ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ, ਗੁਰ ਪ੍ਰਸਾਦ, ਉਹ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਸਾਨੂੰ ਚਾਹੀਦੀ। ਉਹਦੀ ਕਿਰਪਾ ਕੀ ਆ? ਉਹਦੇ ਹੁਕਮ ਦੇ ਵਿੱਚ ਚੱਲਣਾ, ਉਹਦੀ ਰਜ਼ਾ ਦੇ ਵਿੱਚ ਚੱਲਣਾ, ਉਹਦਾ ਸਿਮਰਨ ਕਰਨਾ, ਉਹਨੂੰ ਵੱਡਾ ਆਖਣਾ, ਉਹਦੀ ਵਡਿਆਈ ਦੇ ਵਿੱਚ ਜੀਵਨ ਬਤੀਤ ਕਰਨਾ, ਉਸ ਦੇ ਮੋਹਰੇ ਆਣ ਕੇ ਇੱਕ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਦੇਖਣਾ। ਇਹ ਸਾਰੀਆਂ ਵਡਿਆਈਆਂ ਉਹ ਕਾਲ ਪੁਰਖ ਦੀਆਂ ਨੇ, ਇਹ ਗੁਰੂ ਦੀ ਕਿਰਪਾ ਹੈ ਭਾਈ। ਚਲੋ ਜੀ। ਜਿਉ ਗਾਈ ਕੋ ਗੋਇਲੀ ਰਾਖੇ ਕਰ ਸਾਰਾ। ਹੁਣ ਕਹਿੰਦੇ ਨੇ ਨਿਰੰਕਾਰ ਕਿੱਦਾਂ ਆਪਣੇ ਪਿਆਰਿਆਂ ਨੂੰ ਰੱਖਦੇ ਨੇ। ਜਿਹੜਾ ਇੱਕ ਗਵਾਲਾ ਹੁੰਦਾ, ਉਹ ਗਾਈਆਂ ਨੂੰ ਲੈ ਕੇ ਬਾਹਰ ਚਰਾਉਣ ਜਾਂਦਾ ਹੈ। ਜਦੋਂ ਉਹ ਚਰਾਉਣ ਜਾਂਦਾ, ਪਰ ਆਪ ਬੜਾ ਸੁਚੇਤ ਰਹਿੰਦਾ ਵੀ ਕਿਸੇ ਦੇ ਖੇਤ ਦੇ ਵਿੱਚ ਨਾ ਇਹ ਗਾਂ ਚਲੇ ਜਾਵੇ, ਔਰ ਕੋਈ ਮਾੜਾ ਘਾਹ ਫੂਸ ਨਾ ਖਾ ਲਵੇ। ਉਹ ਇਸ ਕਰਕੇ ਉਹ ਗਾਈਆਂ ਦਾ ਰਖਵਾਲਾ ਜਿਹੜਾ ਹੁੰਦਾ, ਬਹੁਤ ਸੁਚੇਤ ਰਹਿ ਕੇ ਉਹਨਾਂ ਦੀ ਰਖਵਾਲੀ ਕਰਦਾ ਹੈ। ਅਹਨਿਸ ਪਾਲੇ ਰਾਖ ਲੇਹੇ ਆਤਮ ਸੁਖ ਤਾਰਾ। ਇਸੇ ਤਰ੍ਹਾਂ ਹੀ ਅਹਨਿਸ ਦਿਨ ਰਾਤ
ਉਹਨਾਂ ਨੂੰ ਹਰਿਆ ਘਾਹ ਖੜਵਾ ਕੇ ਉਹਨਾਂ ਦੀ ਪਾਲਣਾ ਪੋਸਣਾ ਉਹ ਕਰਦਾ ਹੈ ਜਿਹੜਾ ਗਵਾਲਾ। ਇਤੇ ਉਤ ਰਾਖੋ ਦੀਨ ਦਇਆਲਾ। ਇਸੇ ਤਰ੍ਹਾਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਦੀ ਦੇਖਭਾਲ ਕਰਦੇ ਨੇ ਦਿਨ ਰਾਤ। ਨਿਰੰਕਾਰ ਸੱਚੇ ਪਾਤਸ਼ਾਹ ਜੀ ਦਿਆਲੂ ਹੋ ਕੇ ਕਿਰਪਾ ਕਰਦੇ ਨੇ ਏਦੂ ਰੂਪ ਦੇ ਵਿੱਚ ਹੀ ਜਿੱਦਾਂ ਉਹ ਗਵਾਲਾ ਜਿਹੜਾ ਗਾਈਆਂ ਦੀ ਦੇਖਭਾਲ ਕਰਦਾ, ਇਸੇ ਤਰ੍ਹਾਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਦੇ ਰਖਵਾਲੀ ਕਰਦੇ ਨੇ, ਲੋਕ ਪਰਲੋਕ ਦੇ ਦੁੱਖਾਂ ਤੋਂ ਬਚਾ ਕੇ ਰੱਖਦੇ ਹਨ। ਤੋ ਸਰਣਾਗਤ ਨਦਰ ਨਿਹਾਲਾ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸੇ ਕਾਰਨ ਕਰਕੇ ਆਪ ਜੀ ਦੀ ਮਿਹਰ ਲੈਣ ਵਾਸਤੇ ਆਪ ਜੀ ਦੇ ਸ਼ਰਨ ਦੇ ਵਿੱਚ ਆਏ ਹਾਂ। ਫਿਰ ਨਿਰੰਕਾਰ ਕੀ ਕਰਦੇ ਨੇ, ਆਪ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖ ਕੇ ਮੈਨੂੰ ਨਿਹਾਲ ਕਰੋ ਨਿਰੰਕਾਰ ਵਾਹਿਗੁਰੂ ਜੀਓ। ਰਹਾਓ ਜੈ ਦੇਖੂੰ ਤੈ ਰਬ ਰਹੇ ਰਖ ਰਾਖਣ ਹਾਰਾ। ਇਹ ਸਰਬ ਵਿਆਪਕ ਨਿਰੰਕਾਰ ਜੀ ਮੈਂ ਜਿੱਧਰ ਦੇਖਦਾ ਹਾਂ ਉੱਥੇ ਤੁਹਾਡੇ ਹੀ ਸਾਰੇ ਰੂਪ ਦਿਸਦੇ ਨੇ। ਕੁਦਰਤ ਵਿੱਚ ਤੁਹਾਡੀ ਸ਼ਕਤੀ, ਤੁਹਾਡੇ ਹੀ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਰੂਪ ਦਿਸਦੇ ਨੇ। ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ। ਜਿੱਥੇ ਸਤਿਗੁਰ ਜੀ ਮੈਂ ਇਸ ਆਪ ਜੀ ਦਾ ਰੂਪ ਹਰ ਅਸਥਾਨ ਤੇ ਦੇਖਦਾ ਹਾਂ ਉੱਥੇ ਮੈਂ ਨਾਲ ਅਰਦਾਸ ਵੀ ਕਰਦਾ ਹਾਂ ਵੀ ਇਹ ਰੱਖਿਆ ਕਰਨ ਵਾਲੇ, ਇਹ ਸ਼ਕਤੀਆਂ ਨੂੰ, ਇਹ ਕੁਦਰਤ ਨੂੰ ਰੱਖਣ ਵਾਲੇ, ਇਹ ਨਿਰੰਕਾਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਵਾਲੇ ਮੈਨੂੰ ਵੀ ਹੱਥ ਦੇ ਕੇ ਰੱਖ ਲਿਓ। ਤੂੰ ਦਾਤਾ ਭੁਗਤਾ ਤੂੰ ਹੈ ਪ੍ਰਾਣ ਆਧਾਰਾ। ਨਿਰੰਕਾਰ ਤੁਸੀਂ ਹੀ ਦਾਤੇ ਹੋ, ਸਾਰੇ ਭੋਗਾਂ ਦੇ ਮਾਲਕ ਹੋ ਨਿਰੰਕਾਰ ਸੱਚੇ ਪਾਤਸ਼ਾਹ ਜੀ ਹੋ। ਔਰ ਤੁਸੀਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਹੋ ਮੇਰੇ ਪ੍ਰਾਣਾਂ ਦੇ ਆਸਰੇ ਹੋ। ਕਿਰਤ ਪਿਆ ਅਦ ਊਰ ਦੀ ਬਿਨ ਗਿਆਨ ਵਿਚਾਰਾ। ਨਿਰੰਕਾਰ ਜੀ ਕਿਰਤ ਪਿਆ ਜਿਸ ਵੇਲੇ ਇਹ ਸਾਨੂੰ ਗਿਆਨ ਹੋ ਗਿਆ ਕਿ ਉਰਦੀ ਕਹਿੰਦੇ ਨੇ ਹੇਠਾਂ, ਭਾਵ ਨਰਕ ਤੇ ਸਵਰਗ ਜਿਹਨੂੰ ਕਹਿ ਸਕਦੇ ਆਪਾਂ। ਪਰ ਉਹ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਜਿਹੜਾ ਗਿਆਨ ਹੈ, ਬਿਨ ਜਿਹੜੇ ਜੀਵ ਇਹ ਗਿਆਨ ਨੂੰ ਪਕੜਦੇ ਨਹੀਂ, ਹੋਰ ਕਿਰਤ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਉਹਨਾਂ ਨੂੰ ਡਰ ਬਣਿਆ ਹੀ ਰਹਿੰਦਾ ਹੈ ਉਹਨਾਂ ਦੇ ਅੰਦਰ, ਜਿਹੜਾ ਕਿਹੜਾ ਵੀ ਪਤਾ ਨਹੀਂ ਅਸੀਂ ਨਰਕਾਂ ਦੇ ਵਿੱਚ ਜਾਣਾ, ਪਤਾ ਨਹੀਂ ਅਸੀਂ ਸਵਰਗਾਂ ਦੇ ਵਿੱਚ ਜਾਣਾ, ਨਰਕ ਕੀ ਹੁੰਦੇ ਹਨ, ਸਵਰਗ ਕੀ ਹੁੰਦੇ ਹਨ। ਬਸ ਇਸੇ ਤਰ੍ਹਾਂ ਦੇ ਵਿੱਚ ਉਹ ਭਰਮਾਂ ਦੇ ਵਿੱਚ ਫਸੇ ਰਹਿੰਦੇ ਹਨ। ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਿਆਰਾ। ਉਹ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਦੀ ਕਿਰਪਾ ਦਾ ਸਦਕਾ, ਉਹਦੇ ਨਾਮ ਤੋਂ ਬਗੈਰ, ਉਹਦੀ ਵਡਿਆਈ ਤੋਂ ਬਗੈਰ, ਉਹਦੇ ਗਿਆਨ ਤੋਂ ਬਗੈਰ ਸਾਡੇ ਅੰਦਰ ਦਾ ਹਨੇਰਾ ਨਹੀਂ ਦੂਰ ਹੁੰਦਾ। ਜਗ ਬਿਨ ਸਤ ਹਮ ਦੇਖਿਆ ਲੋਭੇ ਹੰਕਾਰਾ। ਸਾਰੇ ਸੰਸਾਰ ਨੂੰ ਮੈਂ ਜਿੰਦੋਂ ਆਪਣੀ ਆਰਜਾ ਦੇ ਵਿੱਚ ਦੇਖਿਆ ਕਿ ਸਾਰੇ ਲੋਭ ਤੇ ਹੰਕਾਰ ਦੇ ਵਿੱਚ ਹੀ ਨਾਸ਼ ਹੋਏ ਫਸੇ ਹੋਏ ਹਨ। ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ। ਜਿਨ੍ਹਾਂ ਨੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਉੱਚੀ ਸੁੱਚੀ ਸੇਵਾ ਕੀਤੀ, ਨਾਮ ਜਪਿਆ, ਉਹੀ ਇਦੂ ਸੰਸਾਰ ਦੇ ਉੱਤੇ ਮੁਕਤੀ ਦਾ ਦਰ ਪ੍ਰਾਪਤ ਕਰਕੇ ਜਾਂਦੇ ਹਨ। ਨਿਜ ਕਰ ਮਹਿਲ ਆਪਾਰ ਕੋ ਅਪਰੰਪਰ ਸੋਈ। ਉਹ ਬੇਅੰਤ ਪ੍ਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਿਹੜਾ ਨਿਜ ਘਰ ਹੈ, ਉਸ ਦਾ ਸਾਨੂੰ ਉਹ ਗਿਆਨ ਨਿਰੰਕਾਰ ਸੱਚੇ ਪਾਤਸ਼ਾਹ ਆਪ ਦਿੰਦੇ ਨੇ। ਪਰ ਮਾਲਕ ਕਹਿੰਦੇ ਨੇ ਉਹ ਵਿਰਲਾ ਹੀ ਕੋਈ ਉਹ ਹੈ ਜਿਹੜਾ ਇਸ ਗਿਆਨ ਦੇ ਰਾਹੀਂ ਉੱਥੇ ਪਹੁੰਚਦਾ ਹੈ। ਬਿਨ ਸਭ ਦੇ ਥਿਰ ਕੋ ਨਹੀਂ ਬੂਝੈ ਸੁਖ ਹੋਈ। ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ਬਦ ਤੋਂ ਬਗੈਰ ਸੰਸਾਰ ਦੇ ਉੱਤੇ ਵੀ ਸਾਨੂੰ ਕਿਤੇ ਟਿਕਾਣਾ ਨਹੀਂ ਮਿਲਦਾ। ਥਿਰ ਕੋ ਨਹੀਂ, ਤੇ ਨਾ ਹੀ ਸ਼ਬਦ ਤੋਂ ਬਗੈਰ ਸਾਨੂੰ ਇੱਥੇ ਸੰਸਾਰ ਦੇ ਕਿਸੇ ਤਰ੍ਹਾਂ ਦਾ ਵੀ ਸੁਖ ਪ੍ਰਾਪਤ ਹੋ ਸਕਦਾ ਹੈ। ਕਿਆ ਲੈ ਆਇਆ ਲੈ ਜਾਏ ਕਿਆ ਫਾਸੇ ਜਮ ਜਾਲਾ। ਕੀ ਤੂੰ ਨਾਲ ਲੈ ਕੇ ਇੱਥੇ ਆਇਆ? ਕੁਝ ਵੀ ਨਹੀਂ। ਨਾਂਗੇ ਆਵਣ ਨਾਂਗੇ ਜਾਣਾ ਕੋਈ ਨਾ ਰਹੋ ਰਾਜਾ ਰਾਣਾ। ਇਹ ਸਾਡੀ ਹਾਲਾਤ ਹੈ ਭਾਈ, ਇਹ ਸਾਡੀ ਸਚਾਈ ਹੈ, ਅਟਲ ਸਚਾਈ ਹੈ। ਅਸੀਂ ਕੀ ਲੈ ਕੇ ਆਏ ਹਾਂ ਸੰਸਾਰ ਦੇ, ਕੀ ਲੈ ਕੇ ਜਾਣਾ ਇੱਥੋਂ? ਕਾਹਦੇ ਕਰਕੇ? ਜਦ ਨਾਲ ਲੈ ਕੇ ਨਹੀਂ ਕੁਝ ਆਏ, ਨਾ ਅਸੀਂ ਨਾਲ ਲੈ ਕੇ ਕੁਝ ਇੱਥੋਂ ਜਾਣਾ ਹੀ ਨਹੀਂ। ਕਾਹਦੇ ਵੇਦੂ ਸੰਸਾਰ ਦੇ ਉੱਤੇ ਉਹ ਜਮਾਂ ਦੀ ਫਾਈ ਦੇ ਵਿੱਚ ਫਸੇ ਰਹਿੰਦੇ ਆ? ਕਾਹਦੇ ਮਾਇਆ ਦੇ ਜਾਲ ਦੇ ਵਿੱਚ ਅਸੀਂ ਹਰ ਵੇਲੇ ਫਸੇ ਰਹਿੰਦੇ ਹਾਂ? ਡੋਲ ਬਦਾ ਕਸ ਜੇਵਰੀ ਆਕਾਸ ਪਤਾਲਾ। ਕਹਿੰਦੇ ਜਿਸ ਤਰ੍ਹਾਂ ਇੱਕ ਡੋਲ ਕਸ ਖਿੱਚ ਕੇ ਜਿਹੜੀ ਰੱਸੀ ਹੈ, ਉਹ ਰੱਸੀ ਦੇ ਨਾਲ ਤੈਨੂੰ ਬੰਨਿਆ ਹੋਇਆ ਹੈ,
ਉਹ ਰੱਸੀ ਦੇ ਨਾਲ ਬੰਨਿਆ ਹੋਇਆ ਹੈ, ਉਹ ਅਕਾਲ ਪੁਰਖ ਨੇ, ਜਾਂ ਅਕਾਲ ਪੁਰਖ ਨਹੀਂ ਇੱਥੇ ਕਿਹਾ ਜਾ ਸਕਦਾ, ਇੱਥੇ ਆਪਾਂ ਮਾਇਆ ਨੂੰ ਕਹਿ ਸਕਦੇ ਹਾਂ। ਤੈਨੂੰ ਕਰਮਾਂ ਰੂਪੀ ਰੱਸੀ ਦੇ ਨਾਲ ਬੰਨਿਆ ਹੋਇਆ ਹੈ। ਹੁਣ ਇਹ ਕਿਸ ਨੇ ਬੰਨਿਆ ਹੋਇਆ? ਹੁਣ ਬੰਨਣ ਵਾਲੀਆਂ ਦੋ ਹੀ ਵਸਤੂਆਂ ਨੇ, ਇੱਕ ਮਾਇਆ ਆ, ਇੱਕ ਉਹ ਪਰਮਾਤਮਾ ਹੈ। ਪਰ ਜਦੋਂ ਤਾਂ ਅਸੀਂ ਵਾਸ਼ਨਾ ਰੂਪੀ ਰੱਸੀ ਦੇ ਨਾਲ ਬੰਨੇ ਜਾਂਦੇ ਹਾਂ, ਰੱਸੀ ਵੀ ਜਿਹੜੀ ਆ, ਜਦੋਂ ਅਸੀਂ ਵਾਸ਼ਨਾ ਰੂਪੀ ਦੇ ਨਾਲ ਬੰਨੇ ਜਾਂਦੇ ਹਾਂ ਤੇ ਭਾਈ ਅਸੀਂ ਡਾਵਾਂਡੋਲ, ਸਾਡਾ ਜਿਹੜਾ ਸਾਨੂੰ ਉਹ ਰੱਸੀ ਦੇ ਨਾਲ ਬੰਨ ਕੇ ਨਰਕਾਂ ਦੇ ਵਿੱਚ ਪਹੁੰਚਾਇਆ ਜਾਂਦਾ, ਇਹ ਹੈ ਮਾਇਆ ਦਾ ਰੂਪ। ਜਦੋਂ ਅਸੀਂ ਉਹ ਰੱਸੀ ਦੇ ਪ੍ਰੇਮ ਦੀ ਰੱਸੀ ਦੇ ਨਾਲ ਬੰਨਦੇ ਜਾਂਦੇ ਹਾਂ, ਅਸੀਂ ਫਿਰ ਆਕਾਸ਼ ਦੇ ਵਿੱਚ, ਆਕਾਸ਼ ਉਚਾਈ ਵੱਲ ਨੂੰ ਜਾਂਦੇ ਹਾਂ। ਸੋ ਇਸ ਕਰਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਦੋਨਾਂ ਰੱਸੀਆਂ ਦੇ ਵਿੱਚ ਬੰਨ੍ਹ ਕੇ, ਜਿਨ੍ਹਾਂ ਤੇ ਉਹਦੀ ਅਥਾਹ ਕਿਰਪਾ ਹੋ ਜਾਂਦੀ ਨੇ, ਉਹ ਆਕਾਸ਼ ਵੱਲ ਪਾਈ ਜਾਂਦੇ ਨੇ, ਉੱਚੇ ਜਾਂਦੇ ਨੇ, ਤੇ ਜਿਹੜੇ ਮਾਇਆ ਦੇ ਨਾਲ ਵੱਜ ਜਾਂਦੇ ਨੇ ਉਹ ਫਿਰ ਥੱਲੇ ਜਾਂਦੇ ਨੇ, ਨਰਕਾਂ ਵੱਲ ਨੂੰ ਜਾਂਦੇ ਹਨ। ਗੁਰਮਤਿ ਨਾਮ ਨ ਵਿਸਰੈ, ਸਹਿਜੇ ਪਤ ਪਾਈਐ। ਪਰ ਜਿਹੜੇ ਗੁਰਮਤਿਗੇ ਹੁੰਦੇ ਨੇ, ਗੁਰੂ ਦੇ ਕੋਲੋਂ ਜਿਨ੍ਹਾਂ ਨੇ ਗਿਆਨ ਲੈ ਲਿਆ, ਉਹਨਾਂ ਨੂੰ ਕਦੀ ਨਾਮ ਨਹੀਂ ਵਿਸਰਦਾ ਭਾਈ। ਉਹ ਗਿਆਨ ਦੇ ਵਿੱਚ ਏਡੀ ਤਾਕਤ ਹੈ, ਨਾਮ ਦੇ ਵਿੱਚ ਏਡੀ ਤਾਕਤ ਹੈ। ਸਹਿਜੇ ਪਤ ਪਾਈਏ, ਫਿਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਤ ਆਬਰੂ, ਪਤ ਵਡਿਆਈ, ਪਤ ਉੱਚੀ ਮਤ, ਉਹਦੇ ਰਾਹੀਂ ਸਾਨੂੰ ਹਾਸਲ ਹੋ ਜਾਂਦੀ ਹੈ। ਅੰਤਰ ਸ਼ਬਦ ਨਿਦਾਨ ਹੈ, ਮਿਲ ਆਪ ਗਵਾਈਐ। ਉਹਨਾਂ ਦੇ ਅੰਦਰ ਜਿਹੜਾ ਸ਼ਬਦ ਹੈ ਉਹ ਨਿਦਾਨ ਹੈ, ਉਹ ਸਾਰੇ ਗੁਣਾਂ ਦਾ ਖਜ਼ਾਨਾ, ਆਨੰਦ ਦਾ ਖਜ਼ਾਨਾ ਉਹ ਨਾਮ ਹੈ। ਜਦੋਂ ਉਹ ਮਿਲ ਜਾਂਦਾ ਭਾਈ, ਉਸ ਵੇਲੇ ਫਿਰ ਜੀਵ ਉਦੋਂ ਨਾਮ ਦੇ ਵਿੱਚ ਹੀ ਅਭੇਦ ਹੋ ਜਾਂਦਾ, ਫਿਰ ਆਪਣੇ ਆਪ ਨੂੰ ਗਵਾ ਦਿੰਦਾ ਹੈ। ਉੱਥੇ ਫਿਰ ਮੈਂ ਮੇਰੀ ਨਹੀਂ ਰਹਿੰਦੀ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤਾਂ ਉਸ ਵੇਲੇ ਉਹ ਨਾਮ ਹਿਰਦੇ ਦੇ ਵਿੱਚ ਆਣ ਕੇ ਸਮਾ ਜਾਂਦਾ ਹੈ। ਅੰਕ ਸਮਾਵੈ ਕਹਿੰਦੇ ਉਹ ਜਿਹੜਾ ਹੈ ਲਾਭ ਦੇਣ ਵਾਲਾ ਨਾਮ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਸਮਾ ਜਾਂਦਾ, ਸੁਭ ਗੁਣ ਬਣ ਕੇ ਸਮਾ ਜਾਂਦਾ ਹੈ। ਨਾਨਕ ਮੇਲ ਨ ਚੁਕਈ, ਲਾਹਾ ਸਚ ਪਾਵੈ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਜਿਹੜੇ ਜੀਵ ਨੇ ਉਹ ਹਰ ਵੇਲੇ ਉਹਨਾਂ ਦਾ ਫਿਰ ਜਦੋਂ ਮਿਲਾਪ ਹੋ ਜਾਂਦਾ ਨਿਰੰਕਾਰ ਨਾਲ, ਉਹ ਨਿਰੰਕਾਰ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ, ਨਿਰੰਕਾਰ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ। ਉਹਨਾਂ ਨੂੰ ਵੀ ਸੱਚੇ ਨਾਮ ਦਾ ਲਾਹਾ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ, ਲਾਭ ਹੋਣਾ ਸ਼ੁਰੂ ਹੁੰਦਾ ਹੈ। ਲਾਭ ਕਰਕੇ ਹੀ ਉਹ ਪਰਮਾਤਮਾ ਦੇ ਨਾਲ ਮਿਲ ਜਾਂਦੇ ਨੇ, ਫਿਰ ਉਹ ਇੱਕ ਦੂਜੇ ਤੋਂ ਦੂਰ ਨਹੀਂ ਹੁੰਦੇ। ਗੌੜੀ ਮਹੱਲਾ ਪਹਿਲਾ, ਗੁਰ ਪ੍ਰਸਾਦੀ ਬੂਝ ਲੈ, ਤੋ ਹੋਏ ਨਿਬੇਰਾ। ਇਸ ਸੰਸਾਰ ਦੇ ਜੀਵ ਤੂੰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਜਾ, ਝੋਲੀ ਅੱਡ ਕੇ ਆ ਜਾ ਉਹਦੇ ਦਰ ਦੇ ਉੱਤੇ, ਉਹਦੀ ਕਿਰਪਾ ਲੈ ਲਾ, ਉਹਦੀ ਕਿਰਪਾ ਦਾ ਧਾਰਨੀ ਬਣ ਜਾ, ਉਸ ਦੀ ਕਿਰਪਾ ਨੂੰ ਬੁੱਝ ਲੈ। ਤਾਂ ਫਿਰ ਕਹਿੰਦੇ ਤੇਰਾ ਇੱਥੇ ਆਉਣਾ ਜਾਣਾ ਖਤਮ ਹੋ ਜਾਏਗਾ, ਤੇਰਾ ਜਨਮ ਦਾ ਨਵੇੜਾ ਵੀ ਜਿਹੜਾ ਹੈ ਉਹ ਵੀ ਖਤਮ ਹੋ ਜਾਵੇਗਾ। ਕਰ ਕਰ ਨਾਮ ਨਿਰੰਜਨਾ, ਸੋ ਠਾਕੁਰ ਮੇਰਾ। ਜਿਹੜਾ ਹਰ ਘਟਾਂ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਬੈਠੇ ਨੇ ਸਰਵ ਵਿਆਪਕ ਹੋ ਕੇ, ਉਹੀ ਮੇਰਾ ਸੁਆਮੀ ਹੈ, ਉਹੀ ਮੇਰਾ ਨਿਰੰਜਨ ਹੈ, ਜਿਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਮੈਲ ਦਾ ਦਾਗ ਨਹੀਂ ਲੱਗਾ ਹੋਇਆ। ਬਿਨ ਗੁਰ ਸ਼ਬਦ ਨ ਛੂਟੀਐ, ਦੇਖੋ ਵਿਚਾਰਾ। ਦੇਖੋ ਵਿਚਾਰ ਕਰ ਕਰਕੇ, ਆਪਣੇ ਨਾਲ ਬਹਿ ਕੇ, ਆਪਣੇ ਆਪ ਨਾਲ ਗੱਲਾਂ ਕਰ ਕਰਕੇ, ਜਾਂ ਤੁਸੀਂ ਹੋਰ ਜੀਵ ਦੇ ਨਾਲ ਦੂਸਰੇ ਰੂਪ ਦੇ ਵਿੱਚ ਗੱਲਾਂ ਕਰਕੇ ਦੇ ਵਿਚਾਰ ਕਰਕੇ ਦੇਖ ਲਿਓ ਕਿ ਗੁਰੂ ਦੇ ਸ਼ਬਦ ਤੋਂ ਬਗੈਰ ਤੇ ਗੁਰੂ ਦੇ ਨਾਮ ਤੋਂ ਬਗੈਰ ਸਾਡਾ ਸੰਸਾਰ ਦੇ ਉੱਤੇ ਛੁਟਕਾਰਾ ਨਹੀਂ ਹੋਣਾ ਬੰਦਰਾਂ ਤੋਂ। ਜੇ ਲੱਖ ਕਰਮ ਕਮਾਵਹੀ, ਬਿਨ ਗੁਰ ਅੰਧਿਆਰਾ। ਭਾਵੇਂ ਲੱਖਾਂ ਕਰਮ ਕਰ ਲਈਏ, ਜਪ ਕਰ ਲਈਏ, ਤਪ ਕਰ ਲਈਏ, ਜੋਗ ਮਤ ਕਰ ਲਈਏ, ਦਾਨ ਦੇਈ ਜਾਈਏ, ਤੀਰਥਾਂ ਤੇ ਜਾਈ ਜਾਈਏ ਅਸੀਂ, ਔਰ ਗੁਰੂ ਤੋਂ ਬਗੈਰ ਹੋਰ ਜਿਹੜੇ ਮਨਮੁਖ ਨੇ ਉਹਨਾਂ ਦੇ ਕੋਲੋਂ ਨਾਮ ਵੀ ਲੈਂਦੇ ਜਾਈਏ, ਭਾਈ ਇਹਨਾਂ ਨਾਲ ਸਾਨੂੰ ਕੋਈ ਲਾਭ ਨਹੀਂ ਹੋਣਾ। ਜਿਹੜਾ ਸਾਡੇ ਅੰਦਰ ਦਾ ਹਨੇਰਾ ਹੈ, ਅਗਿਆਨਤਾ ਹੈ, ਉਸ ਨੂੰ ਇਹ ਦੂਰ ਨਹੀਂ ਹੋਣਾ। ਰਹਾਓ ਅੰਧੇ ਅਕਲੀ ਬਾਹਰੇ, ਕਿਆ ਤਿਨ ਸੋ ਕਹੀਐ। ਜਿਹੜੇ ਅਕਲ ਤੋਂ ਹੀਣੇ ਨੇ, ਜਾਂ ਜਿਹੜੇ ਇਹ ਮਨਮੁਖਾਂ ਵਾਲਾ ਜੀਵਨ ਬਤੀਤ ਕਰਦੇ ਨੇ, ਅੰਨੇ ਪੁਰਸ਼ ਨੂੰ, ਉਹਨਾਂ ਨੂੰ ਕੀ ਕਹਿਣਾ ਕਹੀਏ। ਬਿਨ ਗੁਰ ਪੰਥ ਨ ਸੂਝਈ, ਕਿਤ ਬਿਦ ਨਿਰਬਹੀਐ। ਨਿਰੰਕਾਰ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਤੋਂ ਬਗੈਰ
ਨਿਰੰਕਾਰ ਦੇ ਰਾਸਤੇ ਦਾ ਗਿਆਨ ਨਾ ਪ੍ਰਾਪਤ ਕੀਤੇ ਤੋਂ ਬਗੈਰ, ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਗਿਆਨ ਹਾਸਲ ਕੀਤੇ ਤੋਂ ਬਗੈਰ ਉਹ ਸਾਡਾ ਨਿਜ ਘਰ ਦਾ ਹੈ ਜਿਹੜਾ ਉਹਦੇ ਰਾਸਤੇ ਦਾ ਸਾਨੂੰ ਨਹੀਂ, ਰਾਸਤੇ ਦਾ ਪਤਾ ਨਹੀਂ, ਗਿਆਨ ਨਹੀਂ ਹੁੰਦਾ। ਕਿਸ ਤਰ੍ਹਾਂ ਫਿਰ ਸਾਡਾ ਨਿਰਵਾਹ ਹੋਏਗਾ? ਕਿਸ ਤਰ੍ਹਾਂ ਉਦੋਂ ਅਸੀਂ ਜਗ੍ਹਾ ਦੇ ਉੱਤੇ ਪਹੁੰਚਾਂਗੇ ਜਦ ਅਸੀਂ ਗੁਰੂ ਤੋਂ ਗਿਆਨ ਲਿਆ ਨਹੀਂ? ਉਹ ਰਾਸਤੇ ਦਾ ਮਾਰਗ ਦਾ ਪਤਾ ਸਾਨੂੰ ਕੋਈ ਨਹੀਂ। ਖੋਟੇ ਕੋ ਖਰਾ ਕਹੈ, ਖਰੇ ਸਾਰ ਨਾ ਜਾਣੈ। ਇਸ ਤਰ੍ਹਾਂ ਦਾ ਜੀਵਨ ਸਾਡਾ ਬਤੀਤ ਹੋ ਰਿਹਾ ਸੰਸਾਰ ਦੇ ਉੱਤੇ ਮਨਮੁਖਾਂ ਵਾਲਾ। ਕਹਿੰਦੇ ਅਸੀਂ ਜਿਹੜੇ ਖੋਟੇ ਕਰਮ ਕਰਨ ਵਾਲੇ ਜੀਵ ਨੇ ਸੰਸਾਰ ਤੇ, ਉਹਨਾਂ ਨੂੰ ਅਸੀਂ ਚੰਗਾ ਚੰਗਾ ਆਖੀ ਜਾਂਦੇ ਹਾਂ। ਜੇ ਕੋਈ ਇੱਥੇ ਕਿਸੇ ਦੀ ਹਕੂਮਤ ਚੱਲਦੀ ਹੋਵੇ, ਅਸੀਂ ਉਹ ਹੋਵੇ ਕਰਦਾ ਖੋਟੇ ਕਰਮ, ਤਾਂ ਉਹਨੂੰ ਅਸੀਂ ਕਹੀ ਜਾਂਦੇ ਬੜਾ ਚੰਗਾ, ਬੜਾ ਚੰਗਾ, ਬੜਾ ਚੰਗਾ, ਪਰ ਉਹ ਹੋਵੇ ਬਿਲਕੁਲ ਮਤਹੀਣ, ਪਰ ਅਸੀਂ ਉਹਦੀ ਸ਼ੋਭਾ ਕਰੀ ਜਾਂਦੇ ਹਾਂ। ਕਹਿੰਦੇ ਜਿਸ ਵੇਲੇ ਕੀ ਕਹਿੰਦੇ, ਜਿਹੜੇ ਖਰੇ ਨੇ ਮਹਾਤਮਾ ਜਨ, ਉਹਨਾਂ ਦੀ ਅਸੀਂ ਸਾਰ ਵੀ ਨਹੀਂ ਪੁੱਛਦੇ, ਉਹਨਾਂ ਦਾ ਅਸੀਂ ਗਿਆਨ ਵੀ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਅੰਧੇ ਕਾ ਨਾ ਪਾਰਖੂ, ਕੱਲੀ ਕਾਲ ਵਿਡਾਣੈ। ਅੰਧੇ ਨੂੰ ਕਹਿੰਦੇ ਨੇ ਅਗਿਆਨੀ। ਜਦੋਂ ਬੰਦੇ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ, ਉਹਨੂੰ ਤੁਸੀਂ ਅਸਲੀ ਹੀਰਾ ਦੇ ਦਿਓ। ਜਿਹਨੂੰ ਅਜੇ ਕੱਚ ਦੀ ਪਰਖ ਵੀ ਕਰਨੀ ਨਹੀਂ ਆਈ, ਤਾਂ ਭਾਈ ਤੁਸੀਂ ਇਹ ਕਹੋ ਵੀ ਠੀਕ ਹੈ, ਇਹ ਬਹੁਤ ਉੱਚੀ ਪਦਵੀ ਦੇ ਉੱਤੇ ਬੈਠਾ, ਮੈਂ ਇਹਨੂੰ ਕਹਾਂ ਵੀ ਮੇਰੇ ਆ ਹੀਰੇ ਦੀ ਕੀਮਤ ਪਾ ਦੇ, ਤਾਂ ਉਹਨੂੰ ਤਾਂ ਕਦੀ ਕੱਚ ਦਾ ਵੀ ਨਹੀਂ ਪਤਾ, ਉਹਨੇ ਹੀਰਾ ਦੇਖੇ ਨੇ, ਕਿੱਦਾਂ ਪਾਊਗਾ ਭਾਈ? ਉਹਦੀ ਕੀਮਤ ਨਹੀਂ ਪਾ ਸਕਦੀ। ਕਹਿੰਦੇ ਤੁਸੀਂ ਆਪਣੀਆਂ ਜਿਹੜੇ ਕਿ ਪਰਖਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਦੇ ਉਹਨਾਂ ਦੇ ਲੋਕਾਂ ਦੇ ਨਾਲ ਤੁਸੀਂ ਸੰਜੋਗ ਬਣਾਏ ਨੇ ਜਿਹੜੇ ਕਿ ਅਕਲੋਂ ਅੰਨੇ ਨੇ, ਔਰ ਕਲੀ ਕਾਲ ਵਡਾਣੇ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਸ ਸੰਸਾਰ ਦੇ ਉੱਤੇ ਕਲਯੁਗ ਦੇ ਵਿੱਚ ਕੀ ਹੋ ਰਿਹਾ। ਤੇ ਜੇ ਇੱਕ ਹੋਰ ਰੂਪ ਦੇ ਨਾਲ ਆਦੇ ਆਪਾਂ ਅਰਥ ਕਰੀਏ, ਅੰਧੇ ਕਾ ਨਾਮ ਪਾਰਖੋ, ਇਹ ਕਲਯੁਗ ਦਾ ਵਿੱਚ ਐਸਾ ਹੋ ਰਿਹਾ, ਕਲਯੁਗ ਦਾ ਘੋਰ ਹਨੇਰਾ ਐਸਾ ਹੈ। ਇੱਥੇ ਜਿਹੜੇ ਜੀਵ ਨੇ, ਅਸੀਂ ਉਹਨਾਂ ਨੂੰ ਪਾਰਖੂ, ਜਿਨ੍ਹਾਂ ਨੂੰ ਬਣਾਇਆ ਹੋਇਆ ਹੈ, ਜਿਹੜੇ ਕਿ ਸਾਨੂੰ ਗਿਆਨ ਦੇਣ ਵਾਲੇ ਨੇ, ਉਹ ਭਾਈ ਆਪ ਖੁਦ ਅਗਿਆਨੀ ਨੇ, ਗਿਆਨ ਤੋਂ ਅੰਨੇ ਹਨ। ਸੂਤੈ ਕੋ ਜਾਗਤ ਕਹੈ, ਜਾਗਤ ਕੋ ਸੂਤਾ। ਬੜੀ ਅਚਰਜ ਖੇਡ ਹੈ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ। ਕਹਿੰਦੇ ਜਿਹੜੇ ਸੁੱਤੇ ਨੇ, ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਨੇ, ਉਹਨੂੰ ਅਸੀਂ ਕਹਿੰਦੇ ਨੇ ਇਹ ਜਾਗਦੇ ਨੇ। ਹਾਂ ਬਈ ਬੜਾ ਤਗੜਾ ਧਨਾੜ ਹੋ ਗਿਆ, ਬੜੇ ਘਰ ਬਾਹਰ ਇਸ ਨੇ ਬਣਾ ਲਿਆ, ਬੜੀ ਮਾਇਆ ਇਕੱਠੀ ਕਰਕੇ ਦੇਖ ਲਈ। ਪਰ ਜੇ ਜਿਹੜਾ ਜਾਗਦਾ, ਜਿਹੜਾ ਨਿਰੰਕਾਰ ਦੇ ਨਾਮ ਦੇ ਵਿੱਚ ਜਾਗਦਾ ਭਾਈ, ਉਹਨੂੰ ਅਸੀਂ ਸੁੱਤਾ ਪਿਆ ਆਖਦੇ ਹਾਂ। ਵੀ ਉਹਨੂੰ ਤਾਂ ਗਿਆਨ ਹੀ ਕੋਈ ਨਹੀਂ ਵੀ ਸੰਸਾਰ ਦੇ ਉੱਤੇ ਕਿਹੜੀ ਕਮਾਈ ਕਿਹੜੀ ਨਹੀਂ ਕਰਨੀ। ਸੋ ਇਸ ਕਰਕੇ ਸਾਡਾ ਜਿਹੜਾ ਮਨ ਭਰਮਾਂ ਦੇ ਵਿੱਚ ਫਸਿਆ ਹੋਇਆ, ਇਹ ਕਲਯੁਗ ਨਾਲ ਇੰਨਾ ਹਾਵੀ ਹੋ ਗਿਆ ਸਾਡੇ ਤੇ, ਅਸੀਂ ਇਸ ਕਰਕੇ ਜਿਹੜੇ ਸਹੀ ਜਾਗਦੇ ਨੇ ਉਹਨਾਂ ਨੂੰ ਨਹੀਂ, ਉਹਨਾਂ ਦਾ ਗਿਆਨ ਨਹੀਂ ਲੈਂਦੇ। ਜੀਵਤ ਕੋ ਮੁਆ ਕਹੈ, ਮੁਏ ਨਹੀਂ ਰੋਤਾ। ਜਿਹੜੇ ਪਰਮੇਸ਼ਰ ਦੇ ਵੱਲ ਜਾਂਦੇ ਨੇ, ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿਹੜੇ ਸ਼ਬਦ ਦੇ ਵਿੱਚ ਜਿਉਂਦੇ ਹਨ, ਉਹਨਾਂ ਨੂੰ ਅਸੀਂ ਮੋਏ ਕਹਿੰਦੇ ਹਾਂ, ਕਿਉਂਕਿ ਉਹ ਮੋਰੋਂ ਕਹਿੰਦੇ ਕੱਖ ਨਹੀਂ। ਜੇ ਤੁਸੀਂ ਉਹਨਾਂ ਦੀ ਨਿੰਦਿਆ ਵੀ ਕਰਕੇ ਤੁਰ ਜਾਂਦੇ ਹੋ, ਕਹਿੰਦੇ ਕੱਖ ਨਹੀਂ। ਪਰ ਜਿਹੜੇ ਸੱਚੀ ਮੋਏ ਹੋਏ ਨੇ, ਜਿਨ੍ਹਾਂ ਦੀ ਆਤਮਾ ਜਲੀ ਭੁੱਜੀ ਸੜੀ ਹੈ, ਔਰ ਜੀਵਨ ਦੇ ਵਿੱਚ ਤੁਰਦੇ ਫਿਰਦੇ, ਅੱਜ ਦੇਹ ਦੇ ਵਿੱਚ ਮੁਰਦੇ ਤੁਰੇ ਫਿਰਦੇ ਨੇ, ਮੋਏ ਤੁਰੇ ਫਿਰਦੇ ਨੇ, ਉਹਨਾਂ ਨੂੰ ਕੋਈ ਰੋਂਦਾ ਨਹੀਂ, ਉਹਨਾਂ ਨੂੰ ਕੋਈ ਵੀ ਰੋਂਦਾ ਨਹੀਂ ਹੈ। ਇੱਥੇ ਮਾਲਕ ਜੀ ਕਹਿੰਦੇ ਹਨ, ਆਵਤ ਕੋ ਜਾਤਾ ਕਹੈ, ਜਾਤੇ ਕੋ ਆਇਆ। ਪਰਮੇਸ਼ਰ ਵੱਲ ਜਿਹੜਾ ਆਉਂਦਾ, ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਤਕਲੀਫ, ਜਿਹੜਾ ਪਰਮੇਸ਼ਰ ਦਾ ਪਿਆਰਾ ਹੁੰਦਾ, ਤੇ ਅਸੀਂ ਕਹਿੰਦੇ ਕੀ ਖੱਟਿਆ ਇਸਨੇ, ਕੀ ਖੱਟਿਆ ਵੀ ਘਰੋਂ ਬਾਹਰੋਂ ਵੀ, ਘਰੋਂ-ਘਰ ਦੇ ਵਿੱਚ ਵੀ ਗਰੀਬੀ ਇਹਦੇ ਬੈਠੀ ਆ। ਪਰ ਉਹਨਾਂ ਨੂੰ ਕਾਰਨ ਇਹ ਕਿ ਸਾਡਾ ਇਹ ਰੂਪ ਹੈ, ਅਸੀਂ ਉਹਨਾਂ ਨੂੰ ਪਰਖ ਨਹੀਂ ਸਕਦੇ, ਸਾਨੂੰ ਉਹਨਾਂ ਦੇ ਵੱਲ ਗਿਆਨ ਨਹੀਂ। ਤੇ ਜਿਹੜੇ ਇਦਾਂ ਨਾਲ ਜੀਵ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਚਲੋ ਗਰੀਬੀ ਆ ਗਈ ਜਾਂ ਕੋਈ ਦੁੱਖ ਆ ਗਿਆ, ਅਸੀਂ ਉਹਨਾਂ ਨੂੰ ਕਹਿੰਦੇ ਅੱਲਾ ਕੀ ਖੱਟ ਲਿਆ ਨੇ, ਕਮਾਈਆਂ ਕਰ ਕਰਕੇ, ਰੱਬ ਕਰਕੇ ਕੀ ਖੱਟ ਲਿਆ। ਕਹਿੰਦੇ ਜਿਹੜਾ ਦੂਸਰੇ ਰੂਪ ਦੇ ਵਿੱਚ ਨੇ, ਇਹਨਾਂ ਦਾ ਤਾਂ ਸੰਸਾਰ ਦੇ ਉੱਤੇ ਆਉਣਾ ਸਫਲ ਹੋ ਗਿਆ ਭਾਈ। ਪਰ ਜਿਹੜੇ ਦੂਜੇ ਰੂਪ ਦੇ ਵਿੱਚ ਨੇ, ਉਹਨਾਂ ਨੂੰ ਜਾਤੇ ਕੋ ਆਇਆ। ਜਿਹੜੇ ਕਿ ਗਏ ਗੁਜਰੇ ਨੇ, ਮਨਮੁਖ ਨੇ, ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਵੀ ਇਹ ਬੜੇ ਕੋਈ ਚੰਗੇ ਹਨ। ਪਰ ਕੀ ਕੋ ਆਪਣੀ ਕਹੈ, ਆਪਣੋ ਨਹੀਂ ਪਾਇਆ। ਜਿਹੜੀ ਪਰਾਈ ਮਾਇਆ,
ਮਾਇਆ ਦੇ ਆ ਸਰੀਰ ਵੀ ਪਰਾਈ ਮਾਇਆ ਭਾਈ, ਇਹਨੂੰ ਆਪਣੀ ਆਪਣੀ ਕਹੀ ਜਾਂਦਾ ਹੈ। ਜੋ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਿਹੜਾ ਆਪ ਨੂੰ ਨਹੀਂ ਪਾਇਆ, ਉਹ ਜਿਹੜਾ ਨਾਮ ਹੈ ਉਹ ਨਿਰੰਕਾਰ ਦਾ ਇਹਨੂੰ ਪਿਆਰਾ ਹੀ ਨਹੀਂ ਲੱਗਿਆ, ਬਸ ਆ ਮਾਇਆ ਦੇ ਨਾਲ, ਮਾਇਆ ਦੀ ਦੇਹ ਦੇ ਨਾਲ ਪਿਆਰ ਕਰਕੇ ਬਹਿ ਗਿਆ। ਮੀਠੇ ਕੋ ਕੌੜਾ ਕਹੈ, ਕੜੂਐ ਕੋ ਮੀਠਾ। ਪਰਮੇਸ਼ਰ ਦਾ ਨਾਮ ਜਿਹੜਾ ਉਹ ਮਿੱਠਾ, ਉਹਨੂੰ ਉਹ ਕੌੜਾ ਕਹੀ ਜਾਂਦਾ। ਮਨਮੁਖ ਜਿਹੜਾ ਹੈ, ਅਗਿਆਨੀ ਮਤਹੀਨ ਬੰਦਾ ਜਿਹੜਾ, ਉਹ ਇਸ ਤਰ੍ਹਾਂ ਕਹੀ ਜਾਂਦਾ। ਪਰ ਜਿਹੜਾ ਕੌੜਾ ਦੁਖਦਾਈ ਪਦਾਰਥ ਹਨ, ਉਹਨਾਂ ਨੂੰ ਮਿੱਠੇ ਮਿੱਠੇ ਕਹੀ ਜਾਣ ਡਿਆ ਹੈ। ਰਾਤੇ ਕੀ ਨਿੰਦਾ ਕਰੇ, ਐਸਾ ਕਲ ਮਹਿ ਡੀਠਾ। ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਰਾਤ ਨੂੰ ਉੱਠ ਕੇ ਉਹਦੀ ਬੰਦਗੀ ਕਰਦੇ ਨੇ, ਉਹਨਾਂ ਦੀ ਨਿੰਦਿਆ ਮਹਾਤਮਾ ਦੀ ਕਰਦਾ ਬੰਦਾ। ਮਨਮੁਖ ਕਰਦਾ ਕਿ ਨਹੀਂ ਕਰਦਾ? ਇਹ ਮਨਮੁਖਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਲੱਛਣ ਦੇ ਡੇ ਨੇ ਆਪਾਂ ਨੂੰ। ਔਰ ਇਹਦੇ ਵਿੱਚ ਦੇਖਣਾ ਇਹ ਆਪਾਂ ਕਿਤੇ ਆਪਾਂ ਨਹੀਂ ਆਉਂਦੇ, ਇਹਦੇ ਵਿੱਚ ਸੁਚੇਤ ਹੋ ਕੇ ਆਪਾਂ ਗੁਰੂ ਨਿਰੰਕਾਰ ਦੀ ਕਥਾ ਦੇ ਨਾਲ ਜਾਂ ਨਿਰੰਕਾਰ ਦੀ ਬਾਣੀ ਦੇ ਨਾਲ ਜੁੜਨਾ, ਆਪਾਂ ਸੁਚੇਤ ਹੋ ਕੇ। ਤੇ ਉਹ ਕਹਿੰਦੇ ਕਿ ਇਸ ਤਰ੍ਹਾਂ ਨਾ ਹੋਵੇ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਅੱਧੀ ਰਾਤੇ ਉੱਠ ਪੈਂਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਰਹੀਏ। ਤੇ ਇਸੇ ਤਰ੍ਹਾਂ ਮੈਂ ਕਲਯੁਗ ਦੇ ਵਿੱਚ, ਕਹਿੰਦੇ ਸਤਿਗੁਰੂ ਜੀ ਕਹਿੰਦੇ ਨੇ, ਜਾਂ ਮੈਂ ਦੇਖਿਆ ਵੀ ਕਲਯੁਗ ਦੇ ਵਿੱਚ ਇਹ ਬਹੁਤ ਹੋ ਰਿਹਾ ਹੈ, ਬਹੁਤ ਹੋ ਰਿਹਾ ਵੀ ਜਿਹੜੇ ਪ੍ਰੀਤਮ ਦੇ ਪਿਆਰੇ ਨੇ ਉਹਨਾਂ ਦੀ ਨਿੰਦਿਆ ਕਰ ਕਰਕੇ ਅਸੀਂ ਔਗਣ ਕਰੀ ਜਾ ਰਹੇ ਹਾਂ, ਮਾੜੇ ਕਰਮ ਕਰੀ ਜਾ ਰਹੇ ਹਾਂ। ਚੇਰੀ ਕੀ ਸੇਵਾ ਕਰੇ, ਠਾਕੁਰ ਨਹੀਂ ਦੀਸੈ। ਕਹਿੰਦੇ ਇਸ ਤਰ੍ਹਾਂ ਦਾ ਵਰਤਾਵਾ ਮੈਂ ਕਲਯੁਗ ਦੇ ਵਿੱਚ ਦੇਖਿਆ। ਗੁਰੂ ਜੀ ਕਹਿੰਦੇ ਨੇ ਵੀ ਕਹਿੰਦੇ ਲੋਕ ਕੀ ਕਰਦੇ ਨੇ, ਇਹ ਜਿਹੜੀ ਚੇਰੀ ਇਹ ਮਾਇਆ, ਜਿਹੜੀ ਇਹਨੂੰ ਮਾਇਆ ਨੂੰ ਵੀ ਕਹਿ ਸਕਦੇ ਹਾਂ, ਪਰਮੇਸ਼ਰ ਦੀ ਚੇਰੀ ਜਿਹੜੀ ਦਾਸੀ ਜੋ ਮਾਇਆ ਦੀ ਸੇਵਾ ਆ ਸਾਰੇ ਕਰਦੇ ਨੇ ਸਾਰੇ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਮਾਇਆ ਤੋਂ ਬਗੈਰ ਠੀਕ ਹੈ ਗੁਜ਼ਾਰਾ ਨਹੀਂ ਹੋਣਾ, ਪਰ ਜਿਹੜਾ ਤੁਸੀਂ ਇੱਥੇ ਬਹੁਤ ਇਕੱਠਾ ਧਨ ਕਰ ਕਰਕੇ ਉਸ ਨੂੰ ਬੈਂਕਾਂ ਦੇ ਵਿੱਚ ਰੱਖੀ ਜਾਂਦੇ ਹੋ, ਜਾਂ ਹੋਰ ਚੀਜ਼ਾਂ ਜਿਹੜੀਆਂ ਲੈ ਕੇ ਤੁਸੀਂ ਉਹਨਾਂ ਦੀ ਚਿੰਤਾ ਲੱਗੀ ਰਹਿੰਦੀ, ਕਿੱਥੇ ਰੱਖੀਏ, ਕੀ ਕਰੀਏ, ਕੋਈ ਲੋਕ ਚੁੱਕ ਕੇ ਨਾ ਲੈ ਜਾਵੇ, ਕੋਈ ਇੱਥੇ ਚੋਰੀ ਨਾ ਕਰਕੇ ਲੈ ਜਾਵੇ। ਇਹ ਰੋਗ ਨਹੀਂ ਤਾਂ ਹੋਰ ਕੀ ਆ। ਕਿਸੇ ਵੀ ਚੀਜ਼ ਨੇ ਤੁਹਾਡਾ ਨਾਂ ਆਈ ਤੁਹਾਡੇ ਨਾਲ, ਨਾ ਹੀ ਕਿਸੇ ਚੀਜ਼ ਨੇ ਭਾਈ ਨਾਲ ਜਾਣਾ ਹੈ। ਸੋ ਇਸ ਕਾਰਨ ਕਰਕੇ ਇਹ ਜਿਹੜੀ ਚੇਰੀ ਹੈ ਕਲਯੁਗ ਦੇ ਵਿੱਚ, ਇਹਦੀ ਸੇਵਾ ਬਹੁਤ ਹੋ ਰਹੀ ਆ, ਬਹੁਤ ਦੁਨੀਆ ਕਰ ਰਹੀ। ਤੇ ਜਿਹੜਾ ਇਹਦਾ ਮਾਲਕ ਹੈ, ਪਤੀ ਹੈ, ਠਾਕਰ ਹੈ, ਉਹ ਕਿਸੇ ਨੂੰ ਦਿਸਦਾ ਵੀ ਨਹੀਂ। ਪੋਖਰ ਨੀਰ ਵਿਰੋਲੀਐ, ਮਾਖਣ ਨਹੀਂ ਰੀਸੈ। ਲੋਕ ਕਹਿੰਦੇ ਨੇ ਛੱਪੜ ਦੇ ਪਾਣੀ ਨੂੰ ਪਾਇਆ ਆ ਇਹਨਾਂ ਨੇ ਆਪਣੇ ਭਾਂਡੇ ਦੇ ਵਿੱਚ, ਉਹਦੇ ਵਿੱਚ ਪਾਤੀ ਬੰਦਾਣੀ, ਬਸ ਲੱਗੋ ਇਹ ਰੜਕਣ ਲੱਗੇ ਜਾਂਦੇ ਨੇ। ਕਹਿੰਦੇ ਵੀ ਉਹਦੇ ਵਿੱਚੋਂ ਤਾਂ ਹੁਣ ਕਦੀ ਵੀ ਮੱਖਣ ਨਹੀਂ ਨਿਕਲਣਾ, ਕਿਉਂਕਿ ਇਸ ਕਾਰਨ ਕਰਕੇ ਜਿਹੜੇ ਮੱਖਣ ਜਦ ਉਹਦੇ ਵਿੱਚੋਂ ਨਿਕਲਣਾ ਹੀ ਨਹੀਂ ਤਾਂ ਉਹ ਵਿਅਰਥ ਹੋ ਜਾਂਦਾ। ਹੁਣ ਗੁਰੂ ਜੀ ਸਾਨੂੰ ਇਸ ਚੀਜ਼ ਦਾ ਸਮਝਾਉਂਦੇ ਨੇ, ਕਹਿੰਦੇ ਨੇ ਵੀ ਇੱਥੇ ਅਸੀਂ ਦੇਖਿਆ ਕਿ ਲੋਕ ਆਪਣੀ ਘਰ ਵਾਲੀ ਦੀ ਬੜੀ ਉਸਤਤ, ਬੜੀ ਉਹਦੀ ਵੀ ਸੇਵਾ ਕਰਦੇ ਨੇ, ਪਰ ਉਹ ਜਿਹੜਾ ਸਵਾਮੀ ਪ੍ਰੀਤਮ ਵਾਹਿਗੁਰੂ ਸੱਚੇ ਪਾਤਸ਼ਾਹ, ਉਹ ਉਹਨਾਂ ਦੇ ਨਿਗਾਹ ਨਹੀਂ ਆਉਂਦਾ ਹੈ। ਤੇ ਜਿਹੜੇ ਗਿਆਨ ਰੂਪੀ ਮੱਖਣ ਜਾਂ ਗਿਆਨ ਰੂਪੀ ਅੰਮ੍ਰਿਤ ਛਕ ਰਹੇ ਨੇ, ਉਹਨਾਂ ਬਾਰੇ ਕਿਸੇ ਨੂੰ ਵੀ ਉਹਨਾਂ ਬਾਰੇ ਕਿਸੇ ਨੂੰ ਨਹੀਂ ਗਿਆਨ ਉਹਨੂੰ ਲੈਂਦੇ, ਤਾਂ ਪਾਣੀ ਦੇ ਵਿੱਚ ਬੰਧਾਣੀ ਪਾ ਕੇ ਹੀ ਆਪਣੀਆਂ ਗੱਲਾਂ ਦੇ ਨਾਲ ਉਹ ਪਰਮਾਤਮਾ ਨੂੰ ਦੱਸੀ ਜਾਂਦੇ ਨੇ। ਉਹ ਕਿੱਥੇ ਆ, ਉਹ ਕਿੱਡਾ ਵੱਡਾ, ਉਹ ਕਿੱਡਾ ਕਿੱਥੇ ਰਹਿੰਦਾ ਹੈ, ਕਿਹੜੇ ਰੂਪ 'ਚ ਰਹਿੰਦਾ ਹੈ। ਔਰ ਇਹ ਤਾਂ ਕਹਿੰਦੇ ਇਸੇ ਤਰ੍ਹਾਂ ਹੀ ਆ ਜਿੱਦਾਂ ਛੱਪੜ ਦੇ ਪਾਣੀ ਨੂੰ ਰਿੜਕਣ ਦੇ ਪ੍ਰਥਾਏ ਕਲਯੁਗ 'ਚ ਹੋ ਰਿਹਾ ਹੈ। ਇਸ ਪਦ ਜੋ ਅਰਥਾਏ ਲੈ, ਸੋ ਗੁਰੂ ਹਮਾਰਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਇਹ ਉੱਪਰ ਦੱਸੇ ਹੋਏ ਗਿਆਨ ਦਾ ਧਾਰਨੀ ਹੋਵੇ, ਜਿਹਨੂੰ ਇਸ ਦਾ ਪਤਾ ਹੋਵੇ, ਔਰ ਇਸ ਪਦਾਂ ਨੂੰ, ਇਹ ਧਾਰਨੀ ਨੂੰ ਔਰ ਗਿਆਨ ਹੋਵੇ, ਤੇ ਇਹਨੂੰ ਦੂਰ ਕਰ ਦੇਵੇ। ਇਹਨਾਂ ਦੇ ਵਿੱਚ, ਇਹਨਾਂ ਝਮੇਲਿਆਂ ਦੇ ਵਿੱਚ ਨਾ ਫਸੇ, ਨਾ ਫਸੇ ਤਾਂ ਉਹੀ ਸਾਡਾ ਸਤਿਗੁਰੂ ਹੈ, ਉਹੀ ਸਾਡੇ ਸਤਿਗੁਰੂ ਦਾ ਪਿਆਰਾ ਹੈ। ਨਾਨਕ ਚੀਨੈ ਆਪ ਕਉ, ਸੋ ਅਪਰ ਅਪਾਰਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਆਪਣੇ ਆਪ ਨੂੰ ਪਹਿਚਾਣ ਲੈਂਦੇ ਨੇ, ਚੀਨੇ ਕਹਿੰਦੇ ਜਾਣਨਾ, ਜੋ ਆਪਣੇ ਆਪ ਨੂੰ ਜਾਣ ਲੈਂਦੇ ਨੇ ਉਹੀ ਉਹ ਅਪਰ ਅਪਾਰ ਪਰਮੇਸ਼ਰ ਦਾ ਸਰੂਪ ਬਣ ਜਾਂਦੇ ਹਨ। ਸਭ ਆਪੇ ਆਪ ਵਰਤਦਾ, ਆਪੇ ਪਰਮਾਇਆ। ਇਹ ਉਹ ਜੀਵ ਇਸ ਤਰ੍ਹਾਂ ਕਹਿੰਦੇ ਨੇ ਸੰਸਾਰ ਨੂੰ ਵੀ, ਇਹ ਸਾਰਾ ਕੁਝ ਜੋ ਇੱਥੇ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ।
ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਸਭ ਕੁਝ ਹੋ ਰਿਹਾ ਪਰਮੇਸ਼ਰ ਦੇ। ਤੇ ਜਿਹੜੇ ਸਾਡੇ ਕਰਮ ਵੀ ਨੇ ਉਹ ਵੀ ਉਹ ਨਿਰੰਕਾਰ ਦੇ ਹੁਕਮ ਦੇ ਵਿੱਚ ਹੀ ਬਣਦੇ ਹਨ। ਗੁਰ ਕਿਰਪਾ ਤੇ ਬੂਝੀਐ ਸਭ ਭ੍ਰਮ ਸਮਾਇਆ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਮਾੜਾ ਕੀ ਹੈ ਚੰਗਾ ਕੀ ਹੈ, ਕਲਯੁਗ ਕਿੱਡਾ ਭਿਆਨਕ ਹੈ। ਕਹਿੰਦੇ ਉਹ ਕਲਯੁਗ ਦੇ ਕੋਲੇ ਜਿਹੜੇ ਉੱਤੇ ਮਾਲਕ ਨੇ ਕਲਯੁਗ ਦੇ ਜਿਹੜੇ ਤੱਤ ਦੱਸੇ ਨੇ ਵੀ ਕੀ ਇੱਥੇ ਹੋ ਰਿਹਾ, ਉਹਨਾਂ ਸਾਰਿਆਂ ਦੇ ਕੋਲੋਂ ਉਪਰਾਮ ਲੈ ਲਿਆ, ਉਹਨਾਂ ਬੰਧਨਾਂ ਚੋਂ ਛੁੱਟ ਗਿਆ। ਉਹੀ ਵੀ ਬ੍ਰਹਮ ਦੇ ਵਿੱਚ ਨਿਰੰਕਾਰ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਰਾਗ ਗੌੜੀ ਗਾਵਰੇਰੀ ਮਹਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਨਿਰੰਕਾਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅਸ਼ਟਪਦੀਆਂ ਦੇ ਰਾਹੀਂ ਗੌੜੀ ਗੌਰੇਰੀ ਦੇ ਵਿੱਚ ਆਪਾਂ ਨੂੰ ਗਿਆਨ ਦਿੰਦੇ ਨੇ। ਇੱਥੇ ਵੀ ਨਿਰੰਕਾਰ ਸੱਚੇ ਪਾਤਸ਼ਾਹ ਨੇ ਛੋਟਾ ਮੰਗਲ ਲਾਇਆ ਹੈ। ਮਨ ਕਾ ਸੂਤਕ ਦੂਜਾ ਪਾਓ ਪਰ ਮੈਂ ਭੁਲੇ ਆਵੋ ਜਾਉ। ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲ ਇੱਕ ਪ੍ਰੇਮੀ ਆਇਆ ਗੋਇੰਦਵਾਲ ਸਾਹਿਬ ਦੇ ਵਿੱਚ ਤੇ ਆਖਣ ਲੱਗਾ ਮਹਾਰਾਜ ਜੀ ਵੀ ਇਹ ਜਿਹੜੀਆਂ ਪੁਰਾਣੀਆਂ ਪਰੰਪਰਾ ਚੱਲ ਰਹੀਆਂ ਨੇ, ਰੋਹ ਰੀਤਾਂ ਚੱਲ ਰਹੀਆਂ ਨੇ, ਉਹ ਰੋਹ ਰੀਤਾਂ ਦੇ ਕਾਰਨ ਕਹਿੰਦੇ ਵੀ ਮੈਂ ਨਾ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਭੋਜਨ ਵਾਸਤੇ ਘਰ ਸੱਦਿਆ ਸੀ। ਜਦੋਂ ਮੈਂ ਉਹਨਾਂ ਨੂੰ ਸੱਦਿਆ ਤੇ ਉਹਨਾਂ ਨੇ ਏਦੂ ਚੀਜ਼ ਦਾ ਸਵੀਕਾਰ ਕਰ ਲਿਆ ਵੀ ਅਸੀਂ ਤੇਰੇ ਘਰ ਦੇ ਵਿੱਚ ਭੋਜਨ ਛਕਾਂਗੇ। ਪਰ ਕਹਿੰਦੇ ਮਹਾਰਾਜ ਉਹ ਜਦੋਂ ਦਿਨ ਆਉਣ ਤੋਂ ਪਹਿਲਾਂ ਮੇਰੇ ਘਰ ਦੇ ਵਿੱਚ ਇੱਕ ਨਵਾਂ ਜੀਵ ਆ ਗਿਆ ਤੇ ਉਹ ਮੈਂ ਬਥੇਰਾ ਲੁਕੋ ਕੇ ਰੱਖਿਆ ਵੀ ਇਹਨਾਂ ਨੂੰ ਪੰਡਤਾਂ ਨੂੰ ਤੇ ਬ੍ਰਾਹਮਣਾਂ ਨੂੰ ਪਤਾ ਨਾ ਲੱਗੇ, ਪਰ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗ ਗਿਆ। ਮਹਾਰਾਜ ਇਹ ਮੈਨੂੰ ਕਹਿੰਦੇ ਨੇ ਤੇਰਾ ਜਿਹੜਾ ਘਰ ਹੈ ਇਸ ਵੇਲੇ ਪਿੱਟਿਆ ਗਿਆ, ਇਹ ਤੇਰੇ ਘਰ ਨੂੰ ਸੂਤਕ ਲੱਗ ਗਿਆ ਹੈ, ਜਾਣੀ ਕਿ ਇਹ ਸਮਾਂ ਜਿਹੜਾ ਮੰਦਾ ਸਮਾਂ ਤੇਰੇ ਘਰ ਦੇ ਉੱਤੇ ਆ ਗਿਆ ਹੈ। ਇਸ ਕਰਕੇ ਭਾਈ ਅਸੀਂ ਤੇਰੇ ਘਰ ਦੇ ਵਿੱਚ ਭੋਜਨ ਨਹੀਂ ਛਕਣਾ। ਨਿਰੰਕਾਰ ਜੀ ਮੇਰੇ ਤੇ ਕਿਰਪਾ ਕਰੋ, ਤੁਸੀਂ ਸੰਗਤ ਸਰੂਪੀ ਨਾਲ ਲੈ ਕੇ ਮੇਰੇ ਘਰ ਦੇ ਵਿੱਚ ਆਓ ਤੇ ਭੋਜਨ ਛਕੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉੱਥੇ ਆਪਣੇ ਪਿਆਰਿਆਂ ਨੂੰ ਗੁਰਮੁਖ ਸਿੱਖਾਂ ਨੂੰ ਭੇਜਦੇ ਨੇ, ਕਹਿੰਦੇ ਜਾਓ ਭਾਈ ਉਹ ਭੋਜਨ ਵਿਅਰਥ ਨਾ ਕਰੋ, ਇਹਦੇ ਘਰ ਦੇ ਵਿੱਚ ਜਾ ਕੇ ਛਕੋ। ਜਦੋਂ ਉਹਨਾਂ ਨੇ ਭੋਜਨ ਛਕਿਆ ਤੇ ਬ੍ਰਾਹਮਣਾਂ ਨੂੰ ਪਤਾ ਲੱਗਿਆ ਤੇ ਬ੍ਰਾਹਮਣ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲ ਆ ਗਏ। ਆਖਣ ਲੱਗੇ ਆਪ ਬਹੁਤ ਉੱਚੀ ਸੁੱਚੀ ਗੱਦੀ ਦੇ ਮਾਲਕ ਹੋ, ਪਰ ਜਿੱਦੂ ਘਰ ਦੇ ਵਿੱਚ ਸੂਤਕ ਲੱਗਾ ਹੋਵੇ, ਸੂਤਕ ਗ੍ਰਹਿਣ ਨੂੰ ਵੀ ਕਹਿੰਦੇ ਨੇ ਭਾਈ, ਇਹ ਵੀ ਖਿਆਲ ਰੱਖਣਾ। ਔਰ ਇਹ ਸਮਾਂ ਜਿਹੜਾ ਹੁੰਦਾ ਇਸ ਸਮੇਂ ਨੂੰ ਸ਼ੁਭ ਨਹੀਂ ਗਿਣਿਆ ਜਾਂਦਾ। ਕਹਿੰਦੇ ਨੇ ਵੀ ਇਸ ਕਾਰਨ ਕਰਕੇ ਤੁਸੀਂ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਪ੍ਰਸ਼ਾਦਾ ਕਿਹੜੇ ਰੂਪ ਦੇ ਵਿੱਚ ਛਕ ਕੇ ਆਏ ਹੋ। ਮੈਂ ਸੂਤਕ ਬਾਰੇ ਥੋੜਾ ਜਿਹਾ ਗਿਆਨ ਲੈ ਰਿਹਾ ਸੀ ਵੀ ਜਿਹੜਾ ਇਹ ਸੂਤਕ ਹੈ ਭਾਈ, ਇਹ ਬ੍ਰਾਹਮਣਾਂ ਦੇ ਘਰ ਕਿੰਨੇ ਦਿਨ ਲੱਗਦਾ ਤੇ ਖੱਤਰੀਆਂ ਦੇ ਘਰ ਕਿੰਨੇ ਦਿਨ ਲੱਗਦਾ, ਸੂਦਾਂ ਤੇ ਵੈਸਾਂ ਦੇ ਘਰ ਕਿੰਨੇ ਦਿਨ ਲੱਗਦਾ। ਸੋ ਉਹ ਮੈਂ ਇੱਥੇ ਲਿਖ ਕੇ ਰੱਖਿਆ ਹੋਇਆ, ਮੈਂ ਆਪ ਜੀ ਨੂੰ ਇਹ ਚੀਜ਼ ਵੀ ਸਾਂਝ ਪਾ ਦੇਵਾਂ। ਜਿਹੜੇ ਬ੍ਰਾਹਮਣ ਨੇ ਇਹਨਾਂ ਦੇ ਘਰ 11 ਦਿਨ ਸੂਤਕ ਮੰਦਾ ਸਮਾਂ ਚੱਲਦਾ ਉਹਨਾਂ ਦਾ 11 ਦਿਨ ਵਾਸਤੇ। ਜਿਹੜੇ ਛਤਰੀ ਨੇ ਉਹਨਾਂ ਦੇ 13 ਦਿਨ ਦਾ ਮਾੜਾ ਸਮਾਂ ਚੱਲਦਾ, ਮੰਦਾ ਸਮਾਂ ਚੱਲਦਾ। ਇਹ ਉਹਨਾਂ ਦੇ 13 ਦਿਨ ਫਿਰ ਉਹਨਾਂ ਦੇ ਕੋਈ ਆਉਂਦਾ ਜਾਂਦਾ ਨਹੀਂ ਆ। ਜਿਹੜੇ ਵੈਸ ਹੁੰਦੇ ਨੇ ਉਹ 17 ਦਿਨ ਤੇ ਜਿਹੜੇ ਸ਼ੂਦਰ ਨੇ ਉਹਨਾਂ ਦੇ 30 ਦਿਨ। ਨਿਰੰਕਾਰ ਸੱਚੇ ਪਾਤਸ਼ਾਹ ਜੀ ਫਿਰ ਇਹ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਗਿਆਨ ਦਿੰਦੇ ਨੇ ਵੀ ਭਾਈ ਇਹ ਮੰਦਾ ਸਮਾਂ, ਇਹ ਜਿਹੜਾ ਗ੍ਰਹਿਣ ਹੈ ਇਹ ਤਾਂ ਹਰ ਵੇਲੇ ਲੱਗਾ ਰਹਿੰਦਾ, ਕਹਿੰਦੇ ਲੱਗਾ ਹੀ ਰਹਿੰਦਾ ਹੈ। ਤੇ ਉਹ ਨਿਰੰਕਾਰ ਕਿਰਪਾ ਕਰਕੇ ਸ਼ਬਦ ਦੇ ਰਾਹੀਂ ਆਪਾਂ ਨੂੰ ਵੀ ਮੱਤ ਦਿੰਦੇ ਨੇ ਤੇ ਉਹਨਾਂ ਦੀ ਇਹ ਜਿਹੜੇ ਭਰਮ ਨੇ ਉਹਨਾਂ ਦਾ ਖੰਡਨ ਕਰਦੇ ਨੇ। ਕਰੋ ਕਿਰਪਾ, ਕਰੋ ਕਿਰਪਾ। ਮਨ ਕਾ ਸੂਤਕ ਮਨ ਕਾ ਸੂਤਕ ਦੂਜਾ ਪਾਓ ਪਰ ਮੈਂ ਭੂਲੇ ਆਵੋ ਜਾਉ। ਭਾਈ ਇਹ ਜਿਹੜਾ ਮਨ ਦਾ ਉੱਤੇ ਸੂਤਕ ਲੱਗਾ ਹੋਇਆ, ਮਨ ਵੀ ਸੂਤਕ ਨੂੰ ਲੱਗਾ ਹੋਇਆ, ਜਿਸ ਵੇਲੇ ਭਰਮਾਂ ਦੇ ਵਿੱਚ ਭੁਲੇਖਿਆਂ ਦੇ ਵਿੱਚ ਤੁਰਿਆ ਫਿਰਦਾ ਹੈ, ਪ੍ਰੀਤਮ ਨੂੰ ਛੱਡ ਕੇ ਹੋਰ ਜਗ੍ਹਾ ਦੇ ਉੱਤੇ ਤੁਰਿਆ ਫਿਰਦਾ ਹੈ, ਇਹ ਇਹਦਾ ਸੂਤਕ ਹੈ। ਭਰਮੇ ਭੂਲਾ ਆਵੇ ਜਾਓ, ਜਦੋਂ ਭਰਮ ਦੇ ਵਿੱਚ ਫਸ ਜਾਂਦਾ ਭਾਈ ਇਹ ਤਾਂ ਫਿਰ ਸੰਸਾਰ ਦੇ ਉੱਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ। ਮਨ ਮੁਖ ਸੂਤਕ ਕਬੈ ਨਾ ਜਾਏ, ਜਿਚਰ ਸ਼ਬਦ ਨਾ ਪੀਜੈ ਹਰ ਕੈ ਨਾਏ। ਜਿਹੜੇ ਮਨਮੁਖ ਜੀਵ ਨੇ ਉਹਨਾਂ ਨੂੰ ਤਾਂ ਸੂਤਕ ਹਰ ਵੇਲੇ ਲੱਗਾ ਰਹਿੰਦਾ, ਉਹ ਤਾਂ ਕਦੀ ਸੂਤਕ ਉਹਨਾਂ ਦੇ ਲੈਂਦਾ ਹੀ ਨਹੀਂ, ਇਹ ਗ੍ਰਹਿਣ ਰਹਿੰਦਾ ਹੀ ਨਹੀਂ ਉਹਨਾਂ ਦੇ। ਉਹਨਾਂ ਚੱਕਰ ਜਿੰਨਾ ਚਿਰ ਉਹ ਸ਼ਬਦ ਦੇ ਵਿੱਚ ਨਹੀਂ ਭਿੱਜਦੇ, ਉਹ ਪ੍ਰੀਤਮ ਦੇ ਨਾਮ ਨੂੰ ਨਹੀਂ ਸਿਮਰਨ ਦੇ। ਰਹਾਉ ਸਭੋ ਸੂਤਕ ਜੇਤਾ ਮੋਹ ਆਕਾਰ, ਮਰ ਮਰ ਜੰਮੈ ਵਾਰੋ ਵਾਰ। ਉਹ ਸਾਰਿਆਂ ਨੂੰ ਸੂਤਕ ਲੱਗਾ ਹੋਇਆ ਭਾਈ, ਜਿਹੜੇ ਮੋਹ ਦੇ ਵਿੱਚ ਫਸੇ ਹੋਏ ਨੇ, ਮਾਇਆ ਦੇ ਬੰਧਨਾਂ ਦੇ ਵਿੱਚ ਫਸੇ ਹੋਏ ਨੇ,
ਉਹ ਸੰਸਾਰ ਦੇ ਉੱਤੇ ਮੁੜ ਮੁੜ ਕੇ ਜੰਮਦੇ ਤੇ ਮਰਦੇ ਹਨ। ਸੂਤਕ ਅਗਨ ਪਾਉਣੈ ਪਾਣੀ ਮਾਹੇ, ਸੂਤਕ ਭੋਜਨ ਜੇਤਾ ਕਿਛ ਖਾਹੇ। ਹੁਣ ਜੇ ਇਹਨੂੰ ਤੁਸੀਂ ਦੇਖੋ ਵੀ ਸੁੱਚਤਾ ਨਹੀਂ ਹੈ, ਸੂਤਕ ਸੁੱਚਤਾ ਦਾ ਤੀਜਾ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਦਿੰਦੇ ਨੇ, ਜਿੱਥੇ ਭਰਮ ਤੇ ਹਨੇਰਾ ਮੰਦਾ ਸਮਾਂ ਉੱਥੇ ਸੁੱਚਤਾ ਵੀ ਆਉਂਦੀ ਹੈ, ਪਵਿੱਤਰ ਨਹੀਂ ਹੁੰਦਾ। ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੀ ਅੱਗ ਹੈ ਉਹ ਵੀ ਸੁੱਚੀ ਨਹੀਂ ਹੈ, ਪਾਣੀ ਵੀ ਸੁੱਚਾ ਨਹੀਂ ਹੈ, ਇਹਨਾਂ ਦੇ ਵੀ ਹਰ ਵੇਲੇ ਸੂਤਕ ਲੱਗਾ ਰਹਿੰਦਾ। ਤੇ ਸੂਤਕ ਦਾ ਭੋਜਨ ਵੀ ਸੁੱਚਾ ਨਹੀਂ, ਜਿਹੜਾ ਅਸੀਂ ਹਰ ਵੇਲੇ ਖਾਂਦੇ ਆ ਇਹ ਵੀ ਸੂਤਕ ਦੇ ਵਿੱਚ ਹੀ ਬਣਿਆ ਹੋਇਆ ਹੁੰਦਾ ਹੈ, ਕਿਉਂਕਿ ਨਾ ਤਾਂ ਪਾਣੀ ਸੁੱਚਾ ਹੁੰਦਾ ਭਾਈ, ਕਿੰਨੀਆਂ ਮੱਛੀਆਂ ਉੱਥੇ ਰਹਿੰਦੀਆਂ ਨੇ ਪਾਣੀ ਦੇ ਵਿੱਚ, ਇਹ ਦੇਖਣਾ ਪੈਂਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਇੱਥੇ ਕਹਿੰਦੇ ਨੇ ਇਹ ਭਰਮਾਂ ਨੂੰ ਖਤਮ ਕਰਦੇ ਹਨ। ਸੂਤਕ ਕਰਮਨ ਸੂਤਕ ਕਰਮ ਨ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਏ। ਜਿੰਨਾ ਵੀ ਉਹ ਪ੍ਰਮਾਤਮਾ ਦੀ ਬੰਦਗੀ ਹੋ ਰਹੀ ਇਹ ਵੀ ਸੂਤਕ ਦੇ ਵਿੱਚ ਹੀ ਹੋ ਰਹੀ ਆ। ਤੇ ਨਾਮ ਰਤੇ ਮਨ ਨਿਰਮਲ ਹੋਏ, ਕਹਿੰਦੇ ਜੇ ਤੁਸੀਂ ਦੇਖਣਾ ਵੀ ਪਵਿੱਤਰ ਚੀਜ਼ ਕੀ ਆ, ਉਹ ਕਹਿੰਦੇ ਜਿਹੜੇ ਜੀਵ ਨਾਮ ਦੇ ਵਿੱਚ ਜੁੜੇ ਹੋਏ ਨੇ, ਜਿਨ੍ਹਾਂ ਦੇ ਅੰਦਰ ਨਾਮ ਵਸਿਆ ਉਹੀ ਨੇ ਨਿਰਮਲ, ਬਾਕੀ ਸਾਰਾ ਜਿਹੜਾ ਸਭ ਕੁਝ ਝੂਠਾ ਹੀ ਹੈ। ਸਤਿਗੁਰ ਸੇਵੀਐ ਸੂਤਕ ਜਾਏ, ਮਰੇ ਨ ਜਨਮੈ ਕਾਲ ਨ ਖਾਏ। ਨਿਰੰਕਾਰ ਦੀ ਬੰਦਗੀ ਕਰਨ ਦੇ ਨਾਲ ਇਹ ਸੂਤਕ ਦਾ ਭਰਮ ਜਿਹੜਾ ਹੋਏ ਖਤਮ ਹੋ ਜਾਂਦਾ ਹੈ। ਤੇ ਮਰੇ ਨਾ ਜਨਮੇ ਕਾਲ ਨਾ ਖਾਏ, ਜਿਹੜੇ ਜੀਵ ਨੇ ਸੂਤਕ ਦਾ ਭਰਮ ਖਤਮ ਕਰ ਦਿੱਤਾ ਨਿਰੰਕਾਰ ਦੀ ਸੇਵਾ ਕਰ ਕਰਕੇ, ਉਹ ਜੀਵ ਨਾ ਸੰਸਾਰ ਦੇ ਉੱਤੇ ਮਰਦਾ ਹੈ, ਨਾ ਮੁੜ ਕੇ ਜਨਮ ਲੈਂਦਾ, ਤੇ ਨਾ ਹੀ ਕਾਲ ਮੌਤ ਉਸ ਨੂੰ ਡਰਾ ਸਕਦੀ ਹੈ। ਸਾਸਤ ਸਿਮਰਤ ਸੋਧ ਦੇਖੋ ਕੋਏ, ਬਿਨ ਨਾਵੈ ਕੋ ਮੁਕਤ ਨ ਹੋਏ। ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਕੋਖ ਕੇ ਪੜ ਕੇ ਵਿਚਾਰ ਕਰਕੇ ਦੇਖ ਲਓ ਭਾਈ, ਨਾਮ ਤੋਂ ਬਗੈਰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਨਾਮ ਤੋਂ ਬਗੈਰ ਤਾਂ ਸਾਰੇ ਹੀ ਇੱਥੇ ਕਹਿੰਦੇ ਮੰਦੇ, ਨਾਮ ਤੋਂ ਬਗੈਰ ਤਾਂ ਸਾਰੇ ਹੀ ਝੂਠੇ ਹੀ ਹਨ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ, ਕਲ ਮੈਂ ਗੁਰਮੁਖ ਉਤਰਸ ਪਾਰ। ਚੌਹਾਂ ਜੁਗਾਂ ਦੇ ਵਿੱਚ ਸਭ ਤੋਂ ਉੱਚਾ ਤੇ ਸੁੱਚਾ ਨਾਮ ਹੀ ਹੈ ਭਾਈ, ਨਿਰਮਲ ਨਾਮ ਹੀ ਹੈ। ਇਹ ਵਿਚਾਰ ਕਰਕੇ ਦੇਖ ਲਓ, ਜਿੰਨਾ ਵੀ ਤੁਸੀਂ ਵਿਚਾਰ ਕਰੋਗੇ ਇਹੀ ਗਿਆਨ ਤੁਹਾਨੂੰ ਪ੍ਰਾਪਤ ਹੋਏਗਾ। ਕੱਲ ਮੈਂ ਗੁਰਮੁਖ ਉਤਰਸ ਪਾਰ, ਤੇ ਕਲ ਯੁਗ ਦੇ ਵਿੱਚ ਜਿੱਥੇ ਇਹ ਭਰਮਾਂ ਦੇ ਵਿੱਚ ਦੁਨੀਆ ਫਸੀ ਹੋਈ ਆ, ਜਿਹੜਾ ਗੁਰਮੁਖ ਹੁੰਦਾ ਹੈ ਸਤਿਗੁਰ ਦੇ ਕੋਲੋਂ ਗਿਆਨ ਲੈ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਸਾਚਾ ਮਰੇ ਨਾ ਆਵੇ ਜਾਏ, ਨਾਨਕ ਗੁਰਮੁਖ ਰਹਿ ਸਮਾਏ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਹਿੰਦੇ ਨੇ ਜਿਹੜਾ ਸਾਚਾ ਮਰੇ ਨਾ ਆਵੇ ਜਾਵੇ, ਜਿਹੜਾ ਸੱਚ ਦੇ ਵਿੱਚ ਜਾ ਕੇ ਮਰ ਜਾਂਦਾ, ਨਾਮ ਦੇ ਵਿੱਚ ਜਾ ਕੇ ਸਮਾ ਜਾਂਦਾ, ਨਾਮ ਦਾ ਰੰਗ ਬਣ ਜਾਂਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਖੁਦ ਵਾਹਿਗੁਰੂ ਜਦੋਂ ਬਣ ਜਾਂਦਾ ਹੈ। ਨਿਰੰਕਾਰ ਜੀ ਕਹਿੰਦੇ ਨਾ ਉਹ ਮਰਦਾ ਤੇ ਨਾਮ ਦਾ ਜੰਮਦਾ, ਉਹਦਾ ਆਉਣਾ ਜਾਣਾ ਖਤਮ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਰ ਦਿੰਦੇ ਨੇ। ਨਾਨਕ ਗੁਰਮੁਖ ਰਹਿ ਸਮਾਏ, ਤੇ ਨਿਰੰਕਾਰ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੂੰ ਇਹ ਸਾਰਾ ਗਿਆਨ ਹੋ ਗਿਆ, ਉਹ ਹਰ ਵੇਲੇ ਪ੍ਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਂਦੇ ਨੇ, ਅਭੇਦ ਰਹਿੰਦੇ ਨੇ। ਉਹ ਪ੍ਰਮਾਤਮਾ ਸਦਾ ਹੀ ਉਹਨਾਂ ਦੇ ਉੱਤੇ ਦਿਆਲਤਾ ਕਿਰਪਾਲਤਾ ਕਰਦਾ ਹੈ। ਸੋ ਇੱਥੇ ਅੱਜ ਕਿਰਪਾ ਕਰਨੀ ਆਪ ਜੀ ਨੇ, ਇੱਥੇ ਸਮਾਂ ਸੰਪੂਰਨ ਹੁੰਦਾ ਹੈ। ਇਸ ਸਮੇਂ ਦੇ ਵਿੱਚ ਜੋ ਆਪ ਜੀ ਦੀ ਸੇਵਾ ਕੀਤੀ ਆ, ਸੇਵਾ ਕਰਦਿਆਂ ਹੋਇਆਂ ਤੋਂ ਵਿਚਾਰ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਗੁਰੂ ਕੀ ਸੰਗਤ ਸਦਾ ਬਖਸ਼ੰਦ ਹੈ। ਅੱਜ ਜੋ ਗੁਰੂ ਨੇ ਨਿਰੰਕਾਰ ਨੇ ਸਾਡੇ ਤੇ ਕਿਰਪਾ ਕੀਤੀ, ਇੱਕ ਤਾਂ ਵੱਡਾ ਸਾਨੂੰ ਗਿਆਨ ਦਿੱਤਾ ਗੁਰਮੁਖਾਂ ਦਾ, ਇੱਕ ਸਾਨੂੰ ਮਨਮੁਖਾਂ ਦਾ ਭਰਮ ਦਿੱਤਾ, ਗਿਆਨ ਦਿੱਤਾ। ਇੱਕ ਨਿਰੰਕਾਰ ਨੇ ਜਿਹੜੇ ਭਰਮਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ, ਵੀ ਮੰਦਾ ਸਮਾਂ ਚੱਲਣ ਡਿਆ ਆ, ਝੂਠਾ ਸਮਾਂ ਚੱਲਣ ਡਿਆ, ਝੂਠਾ ਸਮਾਂ ਚੱਲਣ ਡਿਆ ਆ, ਵੀ ਸੂਤਕ ਲੱਗੇਗਾ, ਘਰ ਦੇ ਵਿੱਚ ਜੀਵ ਆ ਗਿਆ। ਸੰਸਾਰ ਦੇ ਉੱਤੇ ਭੇਜਣ ਵਾਲਾ ਨਿਰੰਕਾਰ ਆਪ ਹੈ, ਲੈ ਕੇ ਜਾਣ ਵਾਲਾ ਵੀ ਨਿਰੰਕਾਰ ਹੈ। ਤੇ ਫਿਰ ਕੌਣ ਹੁੰਦਾ ਸੰਸਾਰ ਦਾ ਜੀਵ ਜਿਹੜਾ ਆਪਣੇ ਆਪ ਨੂੰ ਉੱਚਾ ਕਹਿ ਕੇ ਕਹੇ ਨਹੀਂ ਭਾਈ ਇਹ ਸਮਾਂ ਚੰਗਾ ਨਹੀਂ, ਇਹ ਸ਼ੁਭ ਦੀ ਘੜੀ ਨਹੀਂ ਆ? ਨਹੀਂ ਨਾ, ਇਹ ਮਿਹਰਬਾਨ ਦਿਆਲੂ ਕਿਰਪਾਲੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋਤ ਉਹੀ ਹੈ ਮਾਲਕ ਦੀ, ਸਾਨੂੰ ਭਰਮਾਂ ਦੇ ਵਿੱਚੋਂ ਕੱਢਿਆ, ਭਰਮਾਂ ਦੇ ਵਿੱਚੋਂ ਕੱਢ ਕੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਸਾਨੂੰ ਜੋੜਨ ਦਾ ਹਰ ਤਰ੍ਹਾਂ ਦਾ ਹੀਲਾ ਵਸੀਲਾ ਕਰਦੇ ਨੇ, ਹਰ ਚੀਜ਼ ਦਾ ਗਿਆਨ ਸਾਨੂੰ ਦੇ ਰਹੇ ਨੇ। ਔਰ ਉਹ ਗਿਆਨ ਦੇ ਵਿੱਚੋਂ ਇਦੂ ਦੇ ਵਿੱਚੋਂ ਕਿਤੇ ਇੱਕ ਕਣਕਾ ਸਾਡੇ ਹਿਰਦੇ 'ਚ ਵਸ ਜਾਵੇ ਤਾਂ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਸਾਡੇ ਉੱਤੇ ਰਹਿਮਤ ਕਰ ਦੇਵੇ, ਸਾਡਾ ਸੰਸਾਰ ਦੇ ਉੱਤੇ ਆਉਣਾ ਸਫਲ ਹੋ ਜਾਵੇ ਭਾਈ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।